ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਲਰਨ ਪੰਜਾਬੀ ਵਿੱਚ ਜਗਜੀਤ ਸਰ ਚੈਨਲ ਦੇ ਸਾਰੇ ਰੈਗੂਲਰ ਵਿਦਿਆਰਥੀਆਂ ਦਾ, ਸਿੱਖਿਆਰਥੀਆਂ ਦਾ ਔਰ ਅਧਿਆਪਕਾਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਔਰ ਅੱਜ ਜੋ ਸਾਡੀ ਲਾਜ਼ਮੀ ਪੰਜਾਬੀ ਹੈ ਜਮਾਤ 11ਵੀਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਔਰ ਹੁਣ ਦਿੱਲੀ ਵਿੱਚ ਜੋ ਚੱਲ ਰਹੀ ਹੈ, ਉਸ ਵਿੱਚ ਜੋ ਬੁਝਾਰਤਾਂ ਬਾਰੇ ਅਸੀਂ ਗੱਲ ਕਰਨੀ ਹੈ, ਜੋ ਕਿ ਪੰਜਾਬ ਦਾ ਪੰਜਾਬੀ ਲੋਕ ਕਾਵਿ ਸਾਹਿਤ ਹੈ ਔਰ ਇਸ ਨੂੰ ਗਦ ਔਰ ਪਦ ਯਾਨੀ ਕਵਿਤਾ ਔਰ ਵਾਰਤਕ ਦੋਨੋਂ ਰੂਪ 'ਚ ਦੇਖਿਆ ਜਾਂਦਾ ਹੈ। ਇਸ ਬਾਰੇ ਅਸੀਂ ਚਰਚਾ ਕਰਨੀ ਹੈ ਔਰ ਨਾਲ ਅਸੀਂ ਵੀ ਜੋ ਬੁਝਾਰਤਾਂ ਨੇ ਉਹਨਾਂ ਨੂੰ ਬੁੱਝਣਾ ਹੈ, ਪਰੰਤੂ ਬੁੱਝਣ ਤੋਂ ਪਹਿਲਾਂ ਉਹਨਾਂ ਦੇ ਪਿੱਛੇ ਜੋ ਟੈਕਨੀਕ ਕੰਮ ਕਰ ਰਹੀ ਹੈ ਉਸ ਦੀ ਵੀ ਜਾਣਕਾਰੀ ਨਾਲ ਲਵਾਂਗੇ। ਔਰ ਅੱਜ ਅਸੀਂ ਇਹਨਾਂ ਪੁਆਇੰਟਸ ਦੇ ਆਧਾਰ 'ਤੇ ਦੇਖਦੇ ਹਾਂ ਵੀ ਜੋ ਬੁਝਾਰਤਾਂ ਨੇ ਉਹਨਾਂ ਬੁਝਾਰਤਾਂ ਦਾ ਸਾਡੇ ਜੀਵਨ ਵਿੱਚ ਕੀ ਸਥਾਨ ਹੈ। ਲਓ ਜੀ, ਅਸੀਂ ਸ਼ੁਰੂ ਕਰਦੇ ਹਾਂ ਵੀ ਬੁਝਾਰਤ ਦਾ ਮਤਲਬ ਕੀ ਹੈ। ਵੀ ਬੁੱਝਣ ਯੋਗ ਇਬਾਰਤ ਦਾ ਮਤਲਬ ਵੇਰਵਾ, ਡਿਟੇਲ। ਵੀ ਐਸੀ ਡਿਟੇਲ ਹੈ, ਐਸਾ ਹਿੰਟ ਹੈ, ਐਸੇ ਸ਼ਬਦਾਂ ਦੀ ਐਸੀ ਖੇਡ ਹੈ ਜਿਸ ਦੇ ਪਿੱਛੇ ਪਏ ਅਰਥ ਨੂੰ ਢੂੰਡ ਕੇ ਬਾਹਰ ਕੱਢਣਾ ਹੈ, ਜਿਸ ਦੇ ਸ਼ਬਦਾਂ ਦੇ ਮੌਜੂਦ ਸ਼ਬਦਾਂ ਦੇ ਪਿੱਛੇ ਪਏ ਡੂੰਘੇ ਅਰਥ ਨੂੰ ਅਸੀਂ ਢੂੰਡ ਕੇ ਬਾਹਰ ਕੱਢਣਾ ਹੈ। ਇਸ ਦਾ ਮਤਲਬ ਹੈ ਜੋ ਬੁਝਾਰਤ ਹੈ, ਬੁੱਝਣ ਯੋਗ ਇਬਾਰਤ ਹੈ। ਔਰ ਇਸ ਵਿੱਚ ਜੀਵਨ ਦੇ ਹਰ ਪੱਖ ਤੇ ਇੱਕ ਸੂਤਰਿਕ ਦਾ ਮਤਲਬ ਹੈ ਵੀ ਹਿੰਟ ਦਿੱਤੇ ਹੈ। ਹਿੰਟ ਡਾਇਰੈਕਟ ਨਹੀਂ ਦਿੱਤੇ, ਉਹਨਾਂ ਡਾਇਰੈਕਟ ਹਿੰਟ ਦੀ ਬਜਾਏ ਉਸ ਡਾਇਰੈਕਟ ਹਿੰਟ ਦੇ ਪਿੱਛੇ ਪਏ ਜਿਹੜਾ ਇਨਡਾਇਰੈਕਟ ਅਰਥ ਹੈ ਅਸੀਂ ਉਹ ਕੱਢਣਾ ਹੈ। ਯਾਨੀ ਜੀਵਨ ਦੇ ਹਰ ਪੱਖ ਤੇ ਸੂਤਰਿਕ ਸ਼ੈਲੀ ਦੀ ਅੜਾਉਣੀ ਹੈ। ਅੜਾਉਣੀ ਦਾ ਮਤਲਬ ਪਜ਼ਲ ਹੈ ਵੀ ਇਸ ਵਿੱਚ ਸੂਤਰ ਜਾਂ ਹਿੰਟ ਦਿੱਤੇ ਜਾਂਦੇ ਹੈ। ਇਹਦਾ ਅਸੀਂ ਕਹਿੰਦੇ ਹਾਂ ਵੀ ਦੋ ਕਬੂਤਰ ਕੋਲੋਂ ਕੋਲੀ, ਰੱਬ ਉਹਨਾਂ ਨੂੰ ਪਾਲੇ, ਚਾਲ ਉਹਨਾਂ ਦੀ ਮਟਕੀ ਮਟਕੀ, ਖੰਭ ਉਹਨਾਂ ਦੇ ਕਾਲੇ। ਇਸ ਵਿੱਚ ਇਹ ਕਵਿਤਾ ਰੂਪ ਹੈ ਕਿਉਂਕਿ ਇਸਦਾ ਜੋ ਤੁਕਾਂਤ ਹੈ, ਜੋ ਰਾਈਮਿੰਗ ਵਰਡ ਹੈ, ਤੁਕ ਦਾ ਅੰਤ ਹੈ, ਉਹ ਆਪਸ ਮਿਲਦੇ ਜੁਲਦੇ ਨੇ। ਪਰੰਤੂ ਇੱਥੇ ਦੋ ਕਬੂਤਰ ਨੇ, ਖੰਭ ਕਾਲੇ ਨੇ, ਉਹ ਦਰਅਸਲ ਕਬੂਤਰ ਨਹੀਂ ਹੈ। ਕਬੂਤਰ ਦੇ ਬਿੰਬ ਰਾਹੀਂ, ਕਬੂਤਰ ਦੇ ਚਿੱਤਰ ਰਾਹੀਂ, ਕਬੂਤਰ ਦੀ ਕਾਰਗੁਜ਼ਾਰੀ ਦੇ ਰਾਹੀਂ ਉਸ ਦੇ ਪਿੱਛੇ ਅੱਖਾਂ ਦੀ ਗੱਲ ਕੀਤੀ ਹੈ। ਇਹਦਾ ਮਤਲਬ ਹੈ ਵੀ ਸਾਨੂੰ ਹਿੰਟ ਦੇ ਦਿੱਤਾ, ਸਾਰੀ ਸੂਤਰ ਦੇ ਦਿੱਤੇ, ਨੁਕਤੇ ਦੇ ਦਿੱਤੇ, ਉਹਨਾਂ ਦੇ ਸਾਹਮਣੇ ਅਸੀਂ ਉਸ ਨਾਲ ਮਿਲਦੀ ਜੁਲਦੀ ਜੋ ਕਿ ਉਹ ਡਾਇਰੈਕਟ ਨਹੀਂ ਦਿਖ ਰਿਹਾ, ਉਸ ਦੇ ਪਿੱਛੇ ਕੀ ਅਰਥ ਪਿਆ ਅਸੀਂ ਉਸ ਨੂੰ ਲੱਭਣਾ ਹੈ। ਇਸ ਤਰ੍ਹਾਂ ਦੀ ਅੜਾਉਣੀ ਜਾਂ ਇਸ ਤਰ੍ਹਾਂ ਦੀ ਪਜ਼ਲ ਹੁੰਦੀ ਹੈ। ਇਸ ਦਾ ਉਦੇਸ਼ ਕੀ ਹੈ? ਇਸ ਦਾ ਉਦੇਸ਼ ਹੋਈ ਹੈ ਵੀ ਪਜ਼ਲ ਦਾ ਉਦੇਸ਼ ਹੁੰਦਾ ਹੈ ਵੀ ਮਨੁੱਖ ਦੇ ਦਿਮਾਗ ਨੂੰ ਜਾਗਰਿਤ ਕਰਨਾ, ਜਿਹੜਾ ਕਿ ਉਹ ਸੁੱਤਾ ਪਿਆ ਹੈ ਜਾਂ ਅਣਜਾਗਰਿਤ ਹੈ ਜਾਂ ਉਹ ਚੇਤਨ ਅਵਸਥਾ ਵਿੱਚ ਨਹੀਂ ਹੈ। ਕਿਉਂਕਿ ਆਮ ਤੌਰ ਤੇ ਜੋ ਬੰਦਿਆਂ ਦਾ ਦਿਮਾਗ ਹੈ ਬਹੁਤ ਥੋੜਾ, ਯਾਨੀ 20% 25% ਹੀ ਕੰਮ ਆਉਂਦਾ ਹੈ। ਦਿਮਾਗ ਦੀ ਜੋ ਪੂਰੀ ਕਾਰਗੁਜ਼ਾਰੀ, ਜੋ ਪੂਰੀ ਉਹਦੀ ਕੈਪੈਸਿਟੀ ਹੈ, ਕੈਲੀਬਰ, ਅਸੀਂ ਉਸਦਾ ਪ੍ਰਯੋਗ ਨਹੀਂ ਕਰ ਪਾਉਂਦੇ। ਇਸ ਕਰਕੇ ਪੁਰਾਤਨ ਸਮੇਂ ਤੋਂ ਸਾਡੇ ਸਿਆਣੇ ਸੀ, ਉਹਨਾਂ ਨੇ ਬੱਚਿਆਂ ਲਈ ਛੋਟੇ ਛੋਟੇ ਬੁਝਾਰਤਾਂ ਬਣਾਈਆਂ। ਇਹ ਬੁਝਾਰਤਾਂ ਜੋ ਸਟੈਂਡਰਡ ਹੈ ਵੱਧਦਾ ਬੁਢਾਪੇ ਤੱਕ, ਜੀਵਨ ਦੇ ਅੰਤ ਸਮੇਂ ਤੱਕ ਵੀ ਜਾਂਦਾ ਹੈ। ਇਸ ਦਾ ਮਤਲਬ ਹੈ ਵੀ ਇਹ ਜੋ ਦਿਮਾਗ ਦੀ ਐਕਸਰਸਾਈਜ਼ ਹੈ, ਜੋ ਬ੍ਰੇਨ ਐਕਸਰਸਾਈਜ਼ ਹੈ, ਅੱਜ ਕੱਲ੍ਹ ਬੜੇ ਤਰ੍ਹਾਂ ਦੇ ਤਰੀਕੇ ਆ ਗਏ ਨੇ ਸਾਇੰਟੀਫਿਕ ਤੌਰ 'ਤੇ, ਆਧੁਨਿਕ ਮਾਡਰਨ ਯੁੱਗ ਦੇ ਵਿੱਚ। ਪਰੰਤੂ ਪੁਰਾਤਨ ਕਾਲ ਤੋਂ ਪੂਰੇ ਵਿਸ਼ਵ ਵਿੱਚ ਜਦੋਂ ਦਾ ਮਨੁੱਖ ਨੇ ਆਪਣੀ ਸੋਚ ਨੂੰ ਜਾਗਰਿਤ ਕਰਨਾ, ਵਧਾਉਣਾ ਸ਼ੁਰੂ ਕੀਤਾ ਹੈ, ਉਸ ਨੂੰ ਚੇਤਨ ਕਰਨਾ ਸ਼ੁਰੂ ਕੀਤਾ ਹੈ, ਉਦੋਂ ਦੀਆਂ ਬੁਝਾਰਤਾਂ ਉਸਦੇ ਜੀਵਨ ਦਾ ਅੰਗ ਨੇ। ਲਓ ਜੀ, ਅਸੀਂ ਅੱਗੇ ਕਰਦੇ ਹਾਂ। ਇਸ ਦਾ ਉਦੇਸ਼ ਹੈ ਮਨੁੱਖੀ ਸੂਝ-ਬੂਝ ਦੀ ਪਰਖ ਕਰਨੀ, ਕਿਸੇ ਸਾਹਮਣੇ ਵਾਲੇ ਬੰਦੇ ਦੀ ਦਿਮਾਗੀ ਚੁਸਤੀ ਫੁਰਤੀ ਦੀ ਪਰਖ ਕਰਨੀ। ਇਸ ਦਾ ਮਤਲਬ ਹੈ ਵੀ ਕੋਈ ਬੰਦਾ ਸਾਹਮਣੇ ਵਾਲੇ ਬੰਦੇ ਦਾ ਮਨੋਰੰਜਨ ਵੀ ਕਰ ਰਿਹਾ ਹੈ ਔਰ ਉਸਦਾ ਦਿਮਾਗ ਵੀ ਵਧਾ ਰਿਹਾ ਹੈ, ਅਤੇ ਨਾਲ ਹੀ ਪੜਤਾਲ ਹੋ ਰਹੀ ਹੈ ਕਿ ਜੋ ਮੇਰੇ ਸਾਹਮਣੇ ਬੰਦਾ ਬੈਠਾ ਹੈ ਉਹ ਸੂਝ-ਬੂਝ ਵਿੱਚ ਕਿਸ ਤਰ੍ਹਾਂ ਦਾ ਹੈ, ਦਿਮਾਗੀ ਚੁਸਤੀ ਫੁਰਤੀ ਵਿੱਚ ਕਿਸ ਤਰ੍ਹਾਂ ਦਾ ਹੈ। ਅੱਗੇ ਅਸੀਂ ਇੱਥੇ ਪੁਆਇੰਟ ਲਿਖਿਆ ਹੈ, ਪੁਸਤਕ ਵਿੱਚ ਲਿਖਿਆ ਹੈ ਵੀ ਗਿਆਨ ਬੋਧ ਦਾ ਸਰੋਤ ਹੈ। ਜੋ ਮਨੁੱਖ ਹੈ ਉਸ ਨੂੰ ਗਿਆਨ ਦਾ ਬੋਧ ਯਾਨੀ ਗਿਆਨ ਦੇ ਬਾਰੇ ਦੱਸਦੀਆਂ। ਇਸ ਤੋਂ ਭਾਵ ਹੈ ਸੋਰਸ ਆਫ ਅਵੇਅਰਨੈਸ ਹੈ ਜੋ ਪਜ਼ਲਸ ਨੇ। ਹੁਣ ਅਸੀਂ ਗੱਲ ਕਰਦੇ ਹਾਂ ਇਸਦੇ ਗੁਣ ਲੱਛਣ ਕੀ ਨੇ। ਗੁਣ ਲੱਛਣ ਸਾਰੇ ਵਿੱਚ ਫੈਲੇ ਹੋਏ ਨੇ ਵੀ ਜੋ ਅੜਾਉਣੀਆਂ ਜਾਂ ਜੋ ਪਜ਼ਲ ਹੈ ਜਾਂ ਜੋ ਬੁੱਝਣਯੋਗ ਇਬਾਰਤ ਹੈ, ਜੋ ਵੇਰਵਾ ਹੈ, ਉਸ ਦੇ ਗੁਣ ਲੱਛਣ ਨੇ ਵੀ ਉਹ ਪਦ ਯਾਨੀ ਕਵਿਤਾ ਰੂਪ ਵਿੱਚ ਔਰ ਗਦ ਯਾਨੀ ਵਾਰਤਕ ਰੂਪ ਵਿੱਚ ਹੋ ਸਕਦੀ ਹੈ। ਤੇ ਪਦ ਦਾ ਮਤਲਬ ਕੀ ਹੈ ਵੀ ਕਵਿਤਾ, ਕਵਿਤਾ ਦਾ ਮਤਲਬ ਹੈ ਤੁਕਾਂਤ, ਤੁਕ ਦਾ ਅੰਤ ਰਾਈਮਿੰਗ ਯਾਨੀ ਮਿਲਿਆ ਜੁਲਿਆ ਹੋਣਾ ਚਾਹੀਦਾ ਹੈ। ਵੀ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ, ਯਾਨੀ ਕੁੜੀ ਔਰ ਤੁਰੀ ਰਾਈਮਿੰਗ ਵਰਡ ਮਿਲਦੇ ਨੇ, ਇਸ ਨੂੰ ਅਸੀਂ ਕਵਿਤਾ ਰੂਪ ਕਹਿ ਸਕਦੇ ਹਾਂ ਬੁਝਾਰਤ ਦਾ। ਗਦ ਰੂਪ ਵਿੱਚ ਨੇ ਔਰ ਪਦ ਰੂਪ ਯਾਨੀ ਕਵਿਤਾ ਰੂਪ ਔਰ ਵਾਰਤਕ ਰੂਪ ਵਿੱਚ ਨੇ। ਪਦ ਰੂਪ ਵਿੱਚ ਸਤਰਾਂ ਦਾ ਤੁਕਾਂਤ ਦਾ ਮਿਲਾਪ ਹੁੰਦਾ, ਜਿੱਦਾਂ ਅਸੀਂ ਹੁਣੀ ਕੀਤਾ, ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ, ਕੁੜੀ ਔਰ ਤੁਰੀ ਦਾ ਰਾਈਮਿੰਗ ਵਰਡ ਯਾਨੀ ਤੁਕਾਂਤ ਮਿਲਾਇਆ ਗਿਆ। ਔਰ ਜੋ ਗਦ ਹੁੰਦੀਆਂ ਵਾਰਤਕ ਰੂਪ 'ਚ ਹੁੰਦੀਆਂ ਉਹ ਫਿਰ ਮੁਕਤ ਹੁੰਦੀਆਂ, ਉਸ ਵਿੱਚ ਰਾਈਮਿੰਗ ਦੀ ਜਾਂ ਤੁਕ ਦੇ ਅੰਤ ਦੇ ਮਿਲਾਪ ਹੋਣ ਦੀ ਕੋਈ ਸ਼ਰਤ ਨਹੀਂ ਹੁੰਦੀ। ਹੁਣ ਦੂਸਰਾ ਗੁਣ ਹੈ ਵੀ ਇਹ ਦ੍ਰਿਸ਼ ਚਿੱਤਰ ਹੁੰਦਾ ਹੈ। ਦ੍ਰਿਸ਼ ਚਿੱਤਰ ਦਾ ਮਤਲਬ ਹੈ ਵੀ ਸ਼ਬਦਾਂ ਦਾ ਇੱਕ ਐਸਾ ਚਿੱਤਰ ਬਣਾਇਆ ਜਾਂਦਾ ਹੈ, ਇੱਕ ਐਸੀ ਇਮੇਜ ਬਣਾਈ ਜਾਂਦੀ ਹੈ ਜਿਸ ਨੂੰ
ਦੇਖ ਕੇ ਉਸ ਦੇ ਪਿੱਛੇ ਪਏ ਜੋ ਅਰਥ ਹੈ ਉਸ ਨੂੰ ਲੱਭਣ ਦੀ ਟਰਾਈ ਜਾਂ ਕੋਸ਼ਿਸ਼ ਕੀਤੀ ਜਾਂਦੀ ਹੈ। ਪਹਿਲਾ ਸੀ ਇਹ ਪਦ ਰੂਪ ਵਿੱਚ ਹੁੰਦੀਆਂ, ਗਦ ਰੂਪ ਵਿੱਚ ਹੁੰਦੀਆਂ। ਉਹਨਾਂ ਦੇ ਲੱਛਣ ਕੀ ਹੈ? ਬੁਝਾਰਤ ਦਾ ਜੋ ਅਗਲਾ ਗੁਣ ਲੱਛਣ ਹੋਇਆ ਦ੍ਰਿਸ਼ ਚਿੱਤਰ, ਯਾਨੀ ਅੱਖਰਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਇਸ ਤਰ੍ਹਾਂ ਦਾ ਦ੍ਰਿਸ਼ ਇਮੈਜੀਨੇਸ਼ਨ ਕੀਤਾ ਜਾਂਦਾ ਹੈ, ਉਸ ਦੀ ਕਲਪਨਾ ਕੀਤੀ ਜਾਂਦੀ ਹੈ, ਉਸ ਪਿੱਛੇ ਪਏ ਉਸ ਦੇ ਅਰਥ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਯਾਨੀ ਸ਼ਬਦਾਂ ਦਾ ਇੱਕ ਚਿੱਤਰ ਪੇਸ਼ ਕੀਤਾ ਜਾਂਦਾ, ਬਿੰਬ ਪੇਸ਼ ਕੀਤਾ ਜਾਂਦਾ। ਤੇ ਹੋਰ ਇਸ ਦਾ ਗੁਣ ਲੱਛਣ ਹੈ ਵੀ ਬੁਝਾਰਤ ਦੇ ਅੰਦਰ ਹੀ ਇਸ ਦਾ ਉੱਤਰ ਹੁੰਦਾ ਹੈ, ਪਰ ਬੁੱਝਣ ਵਾਲੇ ਨੂੰ, ਸਾਹਮਣੇ ਵਾਲੇ ਨੂੰ ਇਸ ਦੇ ਅੰਦਰ ਜਾ ਕੇ ਇਸ ਦੇ ਜੋ ਸੂਤਰ ਨੇ, ਜੋ ਇਸ ਦੇ ਹਿੰਟਸ ਨੇ, ਉਸ ਨੂੰ ਆਪਸ ਵਿੱਚ ਮੇਲ ਕੇ ਉਹਨਾਂ ਨੂੰ ਮਿਲਾ ਕੇ ਤੇ ਆਪਣੇ ਵੱਲੋਂ ਉਸ ਪਿੱਛੇ ਅਰਥ ਨੂੰ ਲੱਭਣਾ ਹੁੰਦਾ ਹੈ। ਇਸ ਦਾ ਗੁਣ ਲੱਛਣ ਹੈ। ਅਤੇ ਇਸ ਤੋਂ ਇਲਾਵਾ ਇਸ ਦਾ ਇਹ ਵੀ ਗੁਣ ਹੈ ਵੀ ਇਹ ਸਰਬਕਾਲੀ ਹੈ। ਸਰਬਕਾਲੀ ਦਾ ਮਤਲਬ ਜਦੋਂ ਬੱਚਾ ਬਹੁਤ ਛੋਟਾ ਹੁੰਦਾ ਹੈ, ਜਦੋਂ ਹੋਸ਼ ਸੰਭਾਲਣਾ ਸ਼ੁਰੂ ਕਰਦਾ ਹੈ, ਉਸ ਸਮੇਂ ਤੋਂ ਲੈ ਕੇ ਉਸਦੇ ਸਾਥੀ, ਉਸਦੇ ਮਾਪੇ, ਉਸਦੇ ਦਾਦਾ ਦਾਦੀ ਜਾਂ ਪਰਿਵਾਰ ਦੇ ਜੋ ਵੀ ਮੈਂਬਰ ਨੇ, ਜੋ ਵੀ ਸਦੱਸ ਨੇ, ਉਹ ਉਸ ਨੂੰ ਇਸ ਤਰ੍ਹਾਂ ਦੀਆਂ ਅੜਾਉਣੀਆਂ, ਇਸ ਤਰ੍ਹਾਂ ਦੇ ਬੁਝਾਰਤਾਂ, ਪਜ਼ਲ ਪੁੱਛਦੇ ਨੇ। ਇਸ ਤੋਂ ਇਲਾਵਾ ਜਦੋਂ ਉਹ ਬਜ਼ੁਰਗੀ ਵਿੱਚ ਸੱਥਾਂ ਵਿੱਚ ਬੈਠਦੇ ਨੇ, ਆਪਸ ਤਾਸ਼ ਖੇਡਦੇ ਨੇ, ਬੈਠਦੇ ਨੇ, ਗੱਲਾਂ ਕਰਦੇ ਨੇ, ਉਸ ਸਮੇਂ ਜੋ ਬਜ਼ੁਰਗ ਨੇ ਇੱਕ ਦੂਜੇ ਦੇ ਦਿਮਾਗ ਦੀ ਪਰਖ ਕਰਨ ਲਈ, ਹਾਸੇ ਮਖੌਲ ਲਈ, ਮਨੋਰੰਜਨ ਲਈ ਇਸ ਤਰ੍ਹਾਂ ਦੀਆਂ ਅੜਾਉਣੀਆਂ ਜਾਂ ਬੁਝਾਰਤਾਂ ਪੁੱਛਦੇ ਨੇ। ਇਸ ਦਾ ਮਤਲਬ ਹੈ ਵੀ ਇਹ ਜੋ ਬੁਝਾਰਤਾਂ ਦਾ ਸਫ਼ਰ ਹੈ, ਇਹ ਬਚਪਨ ਤੋਂ ਲੈ ਕੇ ਅਬੋਧ ਬਾਲ ਅਵਸਥਾ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਚੱਲਦਾ ਰਹਿੰਦਾ ਹੈ, ਮਨੋਰੰਜਨ ਨਾਲ ਨਾਲ ਚੱਲਦਾ ਹੈ। ਔਰ ਦਿਮਾਗ ਦੀ ਜੋ ਕਸਰਤ, ਯਾਨੀ ਬ੍ਰੇਨ ਜਿਮ, ਯਾਨੀ ਬ੍ਰੇਨ ਦੀ ਇੱਕ ਕਸਰਤ ਵੀ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹ ਵੀ ਇਸ ਦਾ ਗੁਣ ਹੈ ਵੀ ਆਦਿ ਕਾਲ ਤੋਂ ਹੁਣੀ ਅਸੀਂ ਗੱਲ ਕੀਤੀ ਵੀ ਜੋ ਬੁਝਾਰਤਾਂ ਨੇ, ਇਸ ਦਾ ਸਮਾਂ ਉਹੀ ਹੈ ਜਦੋਂ ਮਨੁੱਖ ਨੇ ਸ਼ੁਰੂਆਤ ਵਿੱਚ ਪ੍ਰਕਿਰਤੀ ਵਿੱਚ ਰਹਿੰਦੇ ਆਪਣੀ ਹੋਸ਼ ਸੰਭਾਲੀ, ਉਸ ਪ੍ਰਕਿਰਤੀ ਦੇ ਹੋਣ ਵਾਲੀਆਂ ਘਟਨਾਵਾਂ ਨੂੰ ਬੁਝਾਰਤਾਂ ਰਾਹੀਂ ਦੇਖਦਾ, ਸੁਣਦਾ, ਸਮਝਦਾ ਤੇ ਸ਼ੇਅਰ ਕਰਦਾ ਸੀ, ਵੰਡਦਾ ਸੀ। ਇਸ ਦਾ ਹੋਰ ਮਕਸਦ ਕੀ ਹੈ ਅਸੀਂ ਦੱਸਾਂਗੇ। ਬੁੱਕ ਵਿੱਚ ਲਿਖਿਆ ਹੈ ਵੀ ਜੀਵਨ ਵਿਚਲੇ ਜਿਤਨੇ ਵੀ ਮਸਲੇ ਨੇ, ਵੀ ਜਿਹੜਾ ਬੰਦਾ ਆਪਣੇ ਬ੍ਰੇਨ, ਆਪਣੇ ਦਿਮਾਗ ਦਾ ਜਿੰਨਾ ਜ਼ਿਆਦਾ ਪ੍ਰਯੋਗ ਕਰਦਾ ਹੈ, ਉਸ ਨੂੰ ਜ਼ਿਆਦਾ ਅਟਕਾਉਂਦਾ ਹੈ। ਜਿੱਦਾਂ ਪੁਰਾਣੇ ਸਮੇਂ 'ਚ ਅੱਜ ਵੀ ਲੋਕੀ ਚੈਸ ਖੇਡਦੇ ਆ, ਲੂਡੋ ਖੇਡਦੇ ਆ, ਜਾਂ ਹੋਰ ਕੰਪਿਊਟਰ ਤੇ ਮੋਬਾਈਲ ਤੇ ਗੇਮ ਖੇਡਦੇ, ਉਹਨਾਂ ਸਭ ਦਾ ਮਕਸਦ ਹੈ ਵੀ ਸੁੱਤੇ ਪਏ ਦਿਮਾਗ ਨੂੰ ਜਾਗਰਿਤ ਕਰਨਾ, ਜਾਂ ਜੋ ਇੰਟਰਲਿੰਕਸ ਨੇ ਦਿਮਾਗੀ ਸੈੱਲਾਂ ਦੇ, ਉਹਨਾਂ ਨੂੰ ਜਾਗਰਿਤ ਕਰਕੇ ਮਨੁੱਖ ਨੂੰ ਜ਼ਿਆਦਾ ਗਿਆਨਵਾਨ, ਜ਼ਿਆਦਾ ਚੇਤਨ ਕਰਨਾ। ਜੀਵਨ ਵਿੱਚ ਜਿਤਨੇ ਵੀ ਮਸਲੇ ਨੇ, ਜਿਤਨੀਆਂ ਵੀ ਗੁੰਝਲਾਂ ਨੇ ਜੀਵਨ ਵਿੱਚ ਆਉਣ ਵਾਲੀਆਂ, ਪਰਿਵਾਰ ਵਿੱਚ ਹੈ, ਪਰਿਵਾਰ ਤੋਂ ਬਾਹਰ ਘਰ ਗ੍ਰਸਤੀ ਦੇ ਹੋਰ ਖੇਤਰ ਨੇ, ਇਸ ਤੋਂ ਇਲਾਵਾ ਕੰਮ ਕਾਜ ਹੈ, ਉਹਨਾਂ ਵਿੱਚ ਜਿੰਨੇ ਵੀ ਮਸਲੇ, ਜਿੰਨੇ ਵੀ ਪ੍ਰੋਬਲਮ ਆਉਂਦੀਆਂ, ਜਿੰਨੇ ਵੀ ਗੁੰਝਲਾਂ ਆਉਂਦੀਆਂ, ਜਿੰਨੇ ਵੀ ਅੜਾਉਣੀਆਂ ਆਉਂਦੀਆਂ ਜ਼ਿੰਦਗੀ ਵਿੱਚ, ਉਹਨਾਂ ਨੂੰ ਸੁਲਝਾਉਣ ਦਾ ਅਭਿਆਸ ਬੁਝਾਰਤਾਂ ਕਰਾਏ। ਇਹਦਾ ਮਤਲਬ ਜੋ ਇੱਕ ਬੁਝਾਰਤ ਹੈ, ਇੱਕ ਜੋ ਪਜ਼ਲ ਹੈ, ਜ਼ਿੰਦਗੀ ਵਿੱਚ ਬੰਦੇ ਦੇ ਬੜੇ ਕੰਮ ਆਉਂਦੀ ਹੈ। ਉਹ ਜੋ ਕਿਸੇ ਬੁਝਾਰਤ ਨੂੰ ਬੁੱਝਣ ਦੀ ਜੋ ਪ੍ਰਕਿਰਿਆ ਹੈ, ਉਹ ਉਸ ਨੂੰ ਜ਼ਿੰਦਗੀ ਵਿੱਚ ਅੱਗੇ ਆਉਣ ਵਾਲੀਆਂ ਹੋਰ ਮੁਸ਼ਕਿਲਾਂ ਨੂੰ ਜਿਹੜਾ ਸੋਲਵ ਕਰਨ ਜਾਂ ਸੁਲਝਾਉਣ ਵਿੱਚ ਮਦਦ ਕਰਦੀ ਹੈ। ਇਸ ਦਾ ਮਤਲਬ ਹੈ ਕਿਸੇ ਸੱਭਿਆਚਾਰ ਦੇ ਸੋਝਮਈ ਪੱਖਾਂ ਨੂੰ ਰੋਚਕ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਬੁਝਾਰਤ ਵਿੱਚ ਕੋਈ ਸਮਾਜ ਹੈ, ਜਿੱਦਾਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦਾ ਮੁੱਖ ਕਿਰਸਾਨੀ ਸਮਾਜ ਦੀ ਗੱਲ ਕਰਦੇ ਹਾਂ। ਇਸ ਦਾ ਮਤਲਬ ਹੈ ਵੀ ਜੋ ਪੰਜਾਬੀ ਬੁਝਾਰਤਾਂ ਨੇ ਉਹ ਜ਼ਿਆਦਾਤਰ ਪੇਂਡੂ ਮਾਹੌਲ 'ਚੋਂ ਲਈਆਂ ਗਏ ਨੇ ਔਰ ਜ਼ਿਆਦਾਤਰ ਕਿਰਸਾਨੀ ਸਮਾਜ 'ਚੋਂ ਲਈਆਂ ਗਏ ਨੇ। ਇਸ ਦਾ ਮਤਲਬ ਹੈ ਵੀ ਕੋਈ ਵੀ ਜੋ ਸੱਭਿਆਚਾਰ ਹੈ ਦੁਨੀਆ ਦਾ, ਉਸ ਦੇ ਸੋਝਮਈ ਪੱਖਾਂ, ਜੋ ਉਸ ਦੀ ਐਸਥੈਟੀਕਲ ਵੈਲਿਊ ਨੇ, ਜੋ ਉਸ ਦੀ ਸੁੰਦਰਤਾ ਹੈ, ਉਸ ਨੂੰ ਰੋਚਕ ਤਰੀਕੇ ਨਾਲ ਪੇਸ਼ ਕਰਦੀ ਹੈ। ਇਹਨਾਂ ਬੁਝਾਰਤਾਂ ਨਾਲ ਜਿਗਿਆਸਾ ਦੀ ਰੁਚੀ ਪ੍ਰਬਲ ਹੁੰਦੀ ਹੈ। ਬੁਝਾਰਤਾਂ ਇੱਕ ਤਰ੍ਹਾਂ ਦਾ ਕਾਵਿਕ ਮੁਹਾਵਰਾ ਹੈ। ਕਵਿਤਾ ਵਿੱਚ ਮੁਹਾਵਰੇ ਨੂੰ ਪੇਸ਼ ਕੀਤਾ ਜਾਂਦਾ ਹੈ। ਮੁਹਾਵਰੇ ਦਾ ਮਤਲਬ ਹੈ ਉਸ ਵਿੱਚ ਡਾਇਰੈਕਟ ਉੱਤਰ ਨਹੀਂ ਦਿੱਤਾ, ਉਸ ਦਾ ਜੋ ਉੱਤਰ ਹੈ ਉਸ ਦੇ ਪਿੱਛੇ ਲੁਕਿਆ ਹੈ। ਅਸੀਂ ਉਸ ਸਿੱਧੇ ਪਾਸੇ ਨੂੰ ਨਹੀਂ ਦੇਖਣਾ, ਅਸੀਂ ਉਸ ਦੇ ਪਿੱਛੇ ਲੁਕੇ ਹੋਏ ਅਰਥਾਂ ਨੂੰ ਲੱਭਣਾ ਹੈ। ਇਸ ਦਾ ਮਤਲਬ ਹੈ ਇੱਕ ਕਾਵਿਕ ਮੁਹਾਵਰਾ ਹੈ। ਬੁਝਾਰਤਾਂ ਦਾ ਇਹ ਵੀ ਗੁਣ ਲੱਛਣ ਹੈ ਕਿ ਉਹ ਸੰਖੇਪ ਹੁੰਦੀਆਂ ਔਰ ਬੜੀਆਂ ਸੁੰਦਰ ਤਰੀਕੇ ਨਾਲ, ਬੜੇ ਭਾਵਪੂਰਨ ਸ਼ਬਦਾਂ ਨਾਲ, ਥੋੜ੍ਹੇ ਜਿਹੇ ਸ਼ਬਦਾਂ ਨੂੰ ਕਵਿਤਾ ਵਿੱਚ ਔਰ ਵਾਰਤਕ ਰੂਪ ਵਿੱਚ ਬੜੇ ਸੁੰਦਰ ਤਰੀਕੇ ਨਾਲ ਜੜ ਕੇ ਉਹਨੂੰ ਫਿੱਟ ਕਰਕੇ ਤੇ ਅਗਲੇ ਬੰਦੇ ਨੂੰ ਜਾਂ ਜਿਗਿਆਸੂ ਬੰਦੇ ਨੂੰ ਪ੍ਰਸ਼ਨ ਪੁੱਛਿਆ ਜਾਂਦਾ ਹੈ, ਉਸ ਨੂੰ ਸੁਲਝਾਇਆ ਜਾਂਦਾ ਹੈ। ਔਰ ਜਦੋਂ ਕੋਈ ਬੰਦਾ ਨਹੀਂ ਦੱਸ ਪਾਉਂਦਾ ਤੇ ਉਸ ਨੂੰ ਫਿਰ ਉਸ ਦਾ ਉੱਤਰ ਦੱਸ ਕੇ ਆਪਣੇ ਆਪ ਤੇ ਮਾਣ ਮਹਿਸੂਸ ਕੀਤਾ ਜਾਂਦਾ ਹੈ। ਅਗਲੀ ਗੱਲ ਅਸੀਂ ਦੇਖਦੇ ਹਾਂ ਵਿਸ਼ੇ ਕਿਹੜੇ ਕਿਹੜੇ ਨੇ। ਵਿਸ਼ੇ ਬੇਅੰਤ ਨੇ। ਜਦੋਂ ਅਸੀਂ ਗੱਲ ਕੀਤੀ ਵੀ ਜੋ ਬੁਝਾਰਤਾਂ ਨੇ ਦੁਨੀਆ ਦੇ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਚਲਦੀਆਂ ਆ ਰਹੀਆਂ ਨੇ, ਇਸ ਦਾ ਮਤਲਬ ਹੈ ਵੀ ਇਸ ਦਾ ਜੋ ਘੇਰਾ ਬੜਾ ਵਿਸ਼ਾਲ ਹੈ। ਵਿਸ਼ੇ ਨੇ ਨਿੱਜ ਤੋਂ ਪਰਦੀਆਂ ਵਸਤਾਂ, ਵੀ ਪਰਸਨਲ ਇਸ ਗੱਲ ਨੂੰ ਲੈ ਕੇ, ਔਰ ਜੋ ਪਰਸਨਲ ਤੋਂ ਪਾਰ ਦੁਨੀਆ ਦੀਆਂ ਗੱਲਾਂ ਨੇ ਜਾਂ ਘਰ ਗ੍ਰਸਤੀ ਦੀਆਂ, ਯਾਨੀ ਸਮਾਜ ਦੇ ਕਿਸੇ ਵੀ ਪੱਖ ਦੀਆਂ ਜਿਤਨੀਆਂ ਵੀ ਗੱਲਾਂ ਨੇ ਉਹ ਸਾਰੀਆਂ ਬੁਝਾਰਤਾਂ ਦਾ ਵਿਸ਼ੇ ਬਣਦੀਆਂ। ਔਰ ਦੂਸਰਾ ਜੋ ਪ੍ਰਾਕ੍ਰਿਤਿਕ ਅਜੂਬੇ ਨੇ ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ, ਜੋ ਵੀ ਪ੍ਰਕਿਰਤੀ ਵਿੱਚ ਉਥਲ ਪੁਥਲ ਹੁੰਦੀ ਹੈ ਪ੍ਰਾਕ੍ਰਿਤਿਕ ਤੌਰ ਤੇ, ਜਿੰਨੇ ਅਜੂਬੇ ਨੇ, ਜਿੰਨੇ ਕੰਮ ਕੀਤੇ ਨੇ, ਪ੍ਰੋਫੈਸ਼ਨਸ ਨੇ, ਜ਼ਿਆਦਾਤਰ ਖੇਤੀ ਦੀ ਗੱਲ ਇਸ ਵਿੱਚ ਹੁੰਦੀ ਹੈ।
जो देश ने, थावां ने, बनस्पतियां ने, हरियाली है, पेड़ पौधे, जीव जंतु ने, और जो सृष्टि है, और सब तो वड्डी गल भी रब तो है नहीं, आकाश तो लैके पताल तक की गल जी है वो बुझारतां। इसका मतलब है भी बुझारतां का जो कलावा, जो संसार है, वो बहुत वड्डा है। हुण असीं गल करते हैं जुगत की। बुझारतां की जो स्टाइल की है, जुगत यानी तरीका की है भी एक बंदा दूजे तो संबोधनी शैली पूछता है भी तू दस इसका की उत्तर होगा। इसका मतलब उसको पूछा जाता है, संबोधन करके, एड्रैस करके, बुला के उत्तर दियां संभावना ਉਹਦੇ ਵਿੱਚ ਹੀ ਛੁਪੀਆਂ ਹੁੰਦੀਆਂ ਤੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉਸ ਨੂੰ ਇਸ ਤਰ੍ਹਾਂ ਦੇ ਹਿੰਟ, ਇਸ ਤਰ੍ਹਾਂ ਦੇ ਸੂਤਰ ਦਿੱਤੇ ਜਾਣ ਵੀ ਉੱਤਰ ਦੀਆਂ ਸੰਭਾਵਨਾ ਜ਼ਿਆਦਾ ਸਰਲ ਹੋ ਜਾਣ, ਉਹ ਇਤਨੀਆਂ ਸਰਲ ਵੀ ਨਾ ਹੋਣ ਕਿ ਬੰਦਾ ਦੇਖਦੇ ਹੀ ਬੁੱਝ ਲਵੇ। ਫਿਰ ਅਸੀਂ ਗੱਲ ਕਰਦੇ ਹਾਂ ਬੁਝਾਰਤਾਂ ਦਾ ਸਮੇਂ ਦੀ। ਜਦੋਂ ਅਸੀਂ ਆਪਣੇ ਬਚਪਨ 'ਚ ਦੇਖਦੇ ਸੀ ਬੁਝਾਰਤਾਂ, ਜੇ ਅਸੀਂ ਦਿਨੇ ਪਾਉਂਦੇ ਸੀ ਕਹਾਣੀਆਂ, ਆਪਣੇ ਘਰਦਿਆਂ ਨੂੰ ਕਹਿੰਦੇ ਸੀ ਕਹਾਣੀਆਂ ਦਿਨੇ ਸੁਣਾਓ, ਉਹ ਕਹਿੰਦੇ ਨਹੀਂ ਬੁਝਾਰਤਾਂ ਦਿਨੇ ਨਹੀਂ ਪਾਈਦੀਆਂ, ਕਹਾਣੀਆਂ ਦਿਨੇ ਨਹੀਂ ਸੁਣਾਈ ਦੀਆਂ। ਜੇ ਅਸੀਂ ਦਿਨੇ ਬੁਝਾਰਤਾਂ ਪਾਵਾਂਗੇ, ਦਿਨੇ ਕਹਾਣੀ ਸੁਣਾਵਾਂਗੇ ਤੇ ਮਾਮਾ ਰਾਹ ਭੁੱਲ ਜਾਏਗਾ। भी मामा राह भुल जाएगा। मामा बड़ा प्यारा होंदा है, वो राह ना भुल जाए, किते खज्जल खुआर ना हो जाए, इस करके बच्चे चुप रहंदे सी और फिर शाम का इंतजार करते सी। जे घर दे वड्डे बुजुर्ग माता पिता ने वो घर दे सारे कम्मां तो, खेतीबाड़ी के कम्मां तो विहले होके, नहा धो के शाम के समय जदों बिस्तरां ते बैठते सी, उस समय बच्चों को वो बुझारतां पुछदे सी और बच्चे बड़ी खुशी, बड़े चाह नाल उन्हां बुझारतां दे उत्तर दिंदे सी। इसका मतलब है बुझारतां दा समय है वो सौण तो पहला, रात का समय। ਹੁਣ आखिरी पड़ाव की गल चल रही है भी इसकी प्रकृति, इसका आकार, इसका साइज़ की होंदा है। जो असीं देखते हैं पुस्तक के आधार पर भी छोटियां बुझारतां ने, मध आकारी बुझारतां ने, वड आकारी बुझारतां ने। तुहाडे इन्हां 20 बुझारतां विच सारे आकार, सारे प्रकार, सरल, मुश्किल, अति मुश्किल, सारी तरह की बुझारतां जिहड़ियां ने वो आ रही ने। हुण अखीर च दसना चाहते हाँ पुस्तक के आधार पर भी इस नूं कौन बुझ सकता है। बुझारतां नूं आसानी नाल शहर के बच्चे या जिहड़े लोग, जिहड़े बच्चे पेंडू माहौल चों नहीं लंघे हुंदे, उन्हां लई बुझारतां दा बुझना बहुत असंभव जी गल लगदी है। परंतु जो बच्चे पेंडू माहौल चों निकले हुंदे है, उन्हां लई इह जिहड़ियां चीज़ां ने बुझारतां बुझना बहुत आसान है। क्योंकि जिहड़े बंदे, जिहड़े बच्चे शब्दां दा घेरा बहुत विशाल रखते हैं, शब्दां दे अर्थां नूं बहुत विशाल तरीके नाल जाणदे ने, उन्हां दे वरतों विहार, उन्हां दा जो कार व्यवहार, उन्हां दा बच्चों का घेरा, वड्डियां दा घेरा बहुत वड्डा है। उन्हां नूं दुनिया दीयां कई चीज़ां नाल वाह पिया, उन्हां दीयां चीज़ां जिहड़ियां जीवन नाल संबंधित ने, उन्हां दा जो शब्द संसार है, जो अर्थ संसार है, जो वरतों विहार का संसार है, ऐसे बच्चे, ऐसे बंदे इन्हां बुझारतां नूं सहजे बुझ लैंदे ने। बाकियां लई बुझारतां बुझना बहुत मुश्किल है। जदों मैं अपनी जमात 11वीं जमात बुझारतां बुझनियां शुरू कीतियां ते बच्चों नूं ज़्यादातर की तकरीबन नहीं आंदियां सी, क्योंकि शहरी बच्चों का, दिल्ली के बच्चों का वो जो शब्द संसार है, अर्थ संसार है, वरतों विहार का संसार है, वो सिर्फ शहरी चीज़ों तक, सुख, आराम और आनंद तक सीमित है। जो तक घेरा विशाल नहीं होगा, वड्डा नहीं होगा, असीं अपने छोटे जे घेरे तो बाहर नहीं निकलांगे, उदों तक इन्हां बुझारतां नूं बुझना साडे लई संभव होएगा। असीं बुझारतां नहीं बुझांगे, जिहड़ियां बुझारतां अगली पीढ़ी तक सफ़र नहीं कर पाणगियां और बुझारतां इत्थे मर जाणगियां। हुण असीं एक एक करके अगलियां सारियां बुझारतां दे इत्थे चित्र बना के आपां उहनां नूं सॉल्व करदे हां और आप जी इस रुचि भरे माहौल विच मेरे नाल जुड़े रहो। हुण असीं गल कीती सी बुझारतां दे आकार ते प्रकार बारे। हुण असीं देखांगे भी बड़े छोटे आकार दियां, मध्यम आकार दियां और वड्डे आकार दियां, तीनों प्रकार दियां जो बुझारतां ने साडे सामने ने। और यह सारियां जिहड़ियां ने कविता रूप विच ने, पद रूप विच ने, क्योंकि इन्हां दा जो तुकान ते आपस मिलदा है। जिद्दां असीं कहने आ निक्की ਜਿਹੀ कुड़ी लै परांदा तुरी, हरी सी मन भरी सी, मोतियां नाल जड़ी सी। इत्थे 3 वर्ड ने, हरी भरी जड़ी। ਇਹ ਰਾਈਮਿੰਗ वर्ड ने, यह कविता का लक्षण है, कविता की पछाण है। हुण असीं एक एक करके इन्हां सारियां बुझारतां दे अर्थ कड्डांगे। इस वीडियो विच मैं 11वीं जमात दे विद्यार्थियों कोलों बुझारतां नहीं पुछ रहा, सगों इन्हां बुझारतां नूं असीं इन्हां दे जो इमेज, जो चित्र बिंब है, जो चित्र रूप है, उस शब्द चित्र नूं किस तरह फील करना है, किस तरह उसनूं सॉल्व करना है, असीं उसनूं देखदे हां भी निक्की ਜਿਹੀ कुड़ी लै परांदा तुरी। दिमाग च आंदा है भी छोटी जी कुड़ी है। ए हुण देखो शब्द चित्र है, एक अखाण वांगू एक पूरा दृश्य बनाया गया है भी छोटी जी कुड़ी है और लंबा सारा परांदा लैके तुर पई है।
ਜਦੋਂ ਅਸੀਂ ਇੱਦਾਂ ਗੱਲ ਕਰਦੇ ਹਾਂ ਤੇ ਸਾਡੇ ਮਨ ਵਿੱਚ ਕੁੜੀ ਦਾ ਬਿੰਬ ਬਣਦਾ ਹੈ, ਪਰ ਉਹ ਕਿਹੜੀ ਚੀਜ਼ ਅਸੀਂ ਚੀਜ਼ ਲੱਭਾਂਗੇ। ਅਸੀਂ ਕੁੜੀ ਜਾਂ ਪਰਾਂਦੇ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਅੜਾਉਣੀ ਵਿੱਚ ਬੁਝਾਰਤ ਵਿੱਚ ਜੋ ਦਿਖ ਰਿਹਾ ਉਸ ਦਾ ਅਰਥ ਨਹੀਂ ਕੱਢਣਾ, ਉਸ ਦੇ ਪਿੱਛੇ ਪਏ ਅਰਥ ਨੂੰ ਅਸੀਂ ਲੱਭਣਾ ਹੈ। ਹੁਣ ਇੱਥੇ ਛੋਟੀ ਜਿਹੀ ਕੁੜੀ ਹੈ, ਉਸਨੇ ਪਰਾਂਦਾ ਪਾਇਆ ਹੈ। ਹੁਣ ਅਸੀਂ ਖਿਆਲ ਲਗਾਉਂਦੇ ਹਾਂ ਵੀ ਛੋਟੀ ਜਿਹੀ ਕੁੜੀ ਹੈ ਸੂਈ, ਔਰ ਉਹਨੇ ਲੰਬਾ ਸਾਰਾ ਧਾਗਾ, ਲੰਬਾ ਸਾਰਾ ਪਰਾਂਦਾ ਪਾਇਆ, ਉਸ 'ਚ ਅਸੀਂ ਸੂਈ 'ਚ ਨੱਕੇ 'ਚ ਧਾਗਾ ਪਾਉਂਦੇ ਹਾਂ, ਫਿਰ ਉਹ ਤੁਰਦੀ ਰਹਿੰਦੀ ਹੈ, ਆਪਣਾ ਕੰਮ ਕਰਦੀ ਰਹਿੰਦੀ ਹੈ। ਇਸ ਦਾ ਮਤਲਬ ਹੈ ਵੀ ਬੱਚਿਆਂ ਨੂੰ ਇਸ ਮੁਹਾਵਰੇ ਰਾਹੀਂ ਸੂਈ ਔਰ ਧਾਗੇ ਦਾ ਸੰਬੰਧ ਦੱਸਣਾ ਹੈ ਵੀ ਛੋਟੀ ਜਿਹੀ ਕੁੜੀ ਹੈ ਸੂਈ, ਉਹਨੇ ਪਰਾਂਦਾ ਹੀ ਨਹੀਂ ਧਾਗਾ ਪਾਇਆ, ਉਹ ਜਿਹੜਾ ਲੰਬਾ ਪਰਾਂਦਾ ਹੈ ਉਸ ਦੇ ਕਾਰਜ ਕਰ ਉਸਦੇ ਪਿੱਛੇ ਪਿੱਛੇ ਚੱਲ ਰਿਹਾ, ਲੈ ਪਰਾਂਦਾ ਤੁਰੀ, ਉਸ ਧਾਗੇ ਨੂੰ ਆਪਣੇ ਪਿੱਛੇ ਪਿੱਛੇ ਲੈ ਕੇ ਤੁਰ ਰਹੀ ਹੈ, ਚੱਲ ਰਹੀ ਹੈ। ਦੂਸਰਾ ਹੈ ਹਰੀ ਸੀ ਮਨ ਭਰੀ ਸੀ ਮੋਤੀਆਂ ਨਾਲ ਜੜੀ ਸੀ, ਬਾਬਾ ਜੀ ਦੇ ਬਾਗ ਵਿੱਚ ਕੰਧ ਉੱਲੇ ਖੜੀ ਸੀ। ਇਸ ਵਿੱਚ ਇੱਕ ਸ਼ਰਮਾਕਲ, ਇੱਕ ਸ਼ਰਮ ਹਿਆ ਵਾਲੀ ਮੁਟਿਆਰ ਦਾ, ਕੁੜੀ ਦਾ ਇੱਕ ਚਿੱਤਰ ਉੱਭਰ ਕੇ ਆਉਂਦਾ ਹੈ ਵੀ ਜਿਹੜੀ ਹਰੇ ਰੰਗ ਦੀ ਹੈ ਉਹ ਬੜੇ ਮਨ ਭਰੀ ਹੈ। ਮਨ ਭਰੀ ਦਾ ਮਤਲਬ ਮਨ ਨੂੰ ਭਾਉਣ ਵਾਲੀ ਹੈ, ਮਨ ਭਾਵਨ ਹੈ, ਔਰ ਮੋਤੀਆਂ ਨਾਲ ਉਹ ਜੜੀ ਪਈ ਹੈ, ਸ਼ਿੰਗਾਰ ਕੀਤਾ ਹੋਇਆ। ਔਰ ਬਾਬਾ ਜੀ ਦੇ ਬਾਗ ਵਿੱਚ ਉਹ ਸ਼ਰਮ ਦੇ ਮਾਰੇ ਕੰਧ ਦੇ ਲਾਗੇ, ਕੰਧ ਦੇ ਨੇੜੇ ਹੋ ਕੇ, ਕੰਧ ਦੇ ਓਲੇ ਪਿੱਛੇ ਹੋ ਕੇ ਖੜੀ ਹੋਈ ਹੈ। ਜਦੋਂ ਬੱਚੇ ਇਸ ਨੂੰ ਸੋਲਵ ਕਰਨਾ ਸ਼ੁਰੂ ਕਰਦੇ ਆ ਫਿਰ ਸਿੱਟਾ ਨਿਕਲਦਾ ਛੱਲੀ। ਹੁਣ ਜੇ ਤੁਸੀਂ ਛੱਲੀ ਦੇਖੀ, ਹਰੇ ਰੰਗ ਦਾ ਉੱਤੇ ਜਿਹੜਾ ਹੈ ਨਾ ਉਹ ਕਵਰ ਚੜਿਆ, ਔਰ ਮਨ ਭਰੀ ਹੈ, ਇਹਦਾ ਮਤਲਬ ਸਭ ਦੇ ਮਨ ਨੂੰ ਭਾਉਂਦੀ ਹੈ। ਇੱਥੇ ਮਨ ਭਰੀ ਦਾ ਮਤਲਬ ਇਹ ਮਨ ਭਰੀ ਬਹੁਤ ਭਾਰੀ ਨਹੀਂ ਹੈ, ਇੱਥੇ ਮਨ ਭਰੀ ਦਾ ਮਤਲਬ ਹੈ ਮਨ ਵਿੱਚ ਭਰਨ ਵਾਲੀ ਵੀ ਨਹੀਂ ਹੈ, ਇੱਥੇ ਮਨ ਭਾਵਨ, ਮਨ ਨੂੰ ਚੰਗੀ ਲੱਗਣ ਵਾਲੀ। ਹਰੇ ਰੰਗ ਦੀ ਹੈ, ਮਨ ਨੂੰ ਭਾਉਂਦੀ ਹੈ, ਉਸ ਉੱਤੇ ਮੋਤੀ ਜੜੇ ਹੈ, ਕਿਉਂਕਿ ਉਸ ਉੱਤੇ ਪੀਲੇ ਰੰਗ ਦੇ ਮਕਈ ਦੇ ਦਾਣੇ ਜਿਹੜੇ ਇਸ ਕਰਕੇ ਸੋਹਣੀ ਲੱਗਦੀ ਹੈ। ਔਰ ਬਾਬਾ ਜੀ ਦੇ ਬਾਗ ਵਿੱਚ ਕੰਧ ਓਲੇ ਖੜੀ ਸੀ। ਹੁਣ ਜਦ ਬਹੁਤ ਵੱਡਾ ਖੇਤ ਹੈ ਉਸ ਨੂੰ ਬਾਗ ਕਿਹਾ, ਉਸ ਬਾਬਾ ਜੀ ਦੇ ਬਾਗ ਵਿੱਚ ਉਹ ਆਪਣੇ ਪੱਤਿਆਂ ਦੇ ਵਿੱਚ ਲਿਪਟੀ ਹੋਈ ਸ਼ਰਮ ਦੇ ਮਾਰੇ ਓਲੇ ਹੋ ਕੇ ਖੜੀ ਸੀ। ਇੱਥੇ ਕੰਧ ਦੇ ਪਿੱਛੇ ਉੱਗੀ ਹੋਈ, ਇਹ ਵੀ ਮੀਨਿੰਗ ਕਰ ਸਕਦੇ ਹਾਂ। ਕੰਧ ਦੇ ਓਲੇ ਖੜੀ ਦਾ ਮਤਲਬ ਹੈ ਵੀ ਸ਼ਰਮ ਦੇ ਮਾਰੇ ਆਪਣੇ ਪੱਤਿਆਂ ਦੀ ਕੰਧ ਦੇ ਓਲੇ ਛੁਪੀ ਹੋਈ ਸੀ, ਫਿਰ ਉਹ ਪੱਤੇ ਜਦੋਂ ਲਾਹੇ ਤੇ ਵਿੱਚੋਂ ਜਿਹੜੀ ਛੱਲੀ ਸੀ ਉਹ ਨਿਕਲ ਆਈ। ਇਸ ਦਾ ਮਤਲਬ ਕੰਧ ਓਲੇ ਖੜੀ ਸੀ। ਇੱਥੇ ਕੰਧ ਦੀ ਗੱਲ ਨਹੀਂ ਚੱਲ ਰਹੀ। ਕੰਧ ਦਾ ਮਤਲਬ ਜਿਹੜਾ ਹਰੇ ਰੰਗ ਦਾ ਪਰਦਾ ਜਾਂ ਜੋ ਸੁਨਹਿਰੀ ਰੰਗ ਦਾ ਪਰਦਾ ਛੱਲੀ ਦੇ ਉੱਪਰ ਹੁੰਦਾ ਹੈ, ਜਦੋਂ ਉਸ ਛੱਲੀ ਦੇ ਉੱਪਰੋਂ ਪੱਤੇ ਲਾਉਂਦੇ, ਉਸਦੇ ਵਾਲ ਜਿਹੜੇ ਹੁੰਦੇ ਆ ਉਹ ਲਾਉਂਦੇ ਆ ਤਾਂ ਵਿੱਚੋਂ ਛੱਲੀ ਨਿਕਲ ਆਉਂਦੀ ਹੈ। ਇਸ ਤਰ੍ਹਾਂ ਅਸੀਂ ਉਸ ਕਿਰਸਾਣੀ ਸਮਾਜ ਦੀ ਜੋ ਮੁੱਖ ਵਸਤੂ ਹੈ, ਮੱਕੀ ਹੈ, ਛੱਲੀ ਹੈ, ਉਸ ਦੇ ਬਿੰਬ ਲਈ ਅਸੀਂ ਕੁੜੀ ਦਾ ਔਰ ਮੋਤੀਆਂ ਨਾਲ ਜੜੀ ਹੋਈ ਕੁੜੀ ਦਾ ਜੋ ਸ਼ਬਦ ਚਿੱਤਰ ਬਣਾਇਆ, ਅਸੀਂ ਦੇਖਿਆ। ਇਸ ਨੂੰ ਫਿਰ ਬੱਚਿਆਂ ਨੇ ਬੁੱਝਿਆ। ਐਸੀ ਪਹਿਲੀ ਬੁਝਾਰਤ, ਐਸੀ ਤੀਜੀ ਬੁਝਾਰਤ। ਹੁਣ ਅਸੀਂ ਦੂਜੀ ਬੁਝਾਰਤ ਕਰਦੇ ਹਾਂ ਵੀ ਇੱਕ ਜਾਨਵਰ ਐਸਾ ਜਿਸ ਦੀ ਦੁਮ ਪਰ ਪੈਸਾ। ਹੁਣ ਕਿਉਂਕਿ ਜਾਨਵਰ ਐਸਾ ਹੈ ਤੇ ਠੀਕ ਹੈ, ਪੈਸਾ ਵੀ ਸਮਝ ਜਾਂਦਾ। ਹੁਣ ਦੁਮ ਕੀ ਹੈ? ਦੁਮ ਲਈ ਸਾਡਾ ਵੇ ਸ਼ਬਦ ਭੰਡਾਰ ਵੱਡਾ ਹੋਣਾ ਚਾਹੀਦਾ ਹੈ। ਦੁਮ ਦਾ ਮਤਲਬ ਹੈ ਪੂਛ। ਹੁਣ ਜਿਹੜੇ ਪੂਛਲ ਹੈ ਜਾਂ ਪੂੰਛ ਹੈ ਉਸ ਦੇ ਉੱਤੇ ਪੈਸਾ ਹੁੰਦਾ ਹੈ। ਹੁਣ ਇਹ ਤੇ ਪੰਛੀ ਹੈ। ਇੱਕ ਜਿੱਦਾਂ ਹੋਰ ਬੁਝਾਰਤ ਆਉਂਦੀ ਹੈ ਵੀ ਐਸਾ ਕਿਹੜਾ ਪੰਛੀ ਹੈ ਜਿਸ ਦੇ ਸਿਰ ਪਰ ਪੈਰ ਹੁੰਦੇ ਹੈ। ਐਸਾ ਕਿਹੜਾ ਪੰਛੀ ਹੈ, ਐਸਾ ਕਿਹੜਾ ਜਾਨਵਰ ਹੈ ਜਿਸ ਦੇ ਸਿਰ ਪਰ ਪੈਰ ਹੁੰਦੇ ਹੈ। ਸਿਰ, ਪਰ ਦਾ ਮਤਲਬ ਪੰਖ ਔਰ ਪੈਰ। ਇਹ ਸਾਰੇ ਜਿਹੜੇ ਜਿੰਨੇ ਪੰਛੀ ਨੇ ਉਹਨਾਂ ਦਾ ਸਿਰ ਵੀ ਹੁੰਦਾ ਹੈ, ਉਹਨਾਂ ਦੇ ਪਰ ਯਾਨੀ ਪੰਖ ਵੀ ਹੁੰਦੇ ਹੈ, ਉਹਨਾਂ ਦੇ ਪੈਰ ਵੀ ਹੁੰਦੇ ਆ। ਪਰ ਇੱਥੇ ਜੋ ਪਰ ਸ਼ਬਦ ਹੈ ਉਹਦਾ ਮਤਲਬ ਸਾਨੂੰ ਨਹੀਂ ਪਤਾ ਸੀ ਵੀ ਇੱਥੇ ਪਰ ਦਾ ਮਤਲਬ ਪੰਖ ਨੇ। ਅਸੀਂ ਇਹ ਸੋਚ ਲਿਆ ਉਸਦੇ ਸਿਰ ਪਰ ਪੈਰ, ਯਾਨੀ ਉਹਦੇ ਸਿਰ ਦੇ ਉੱਤੇ ਪੈਰ ਲੱਗੇ, ਯਾਨੀ ਪਰ ਸ਼ਬਦ ਨੇ ਪੂਰਾ ਦ੍ਰਿਸ਼ ਚੇਂਜ ਕਰਤਾ। ਜੇ ਸਾਨੂੰ ਪਰ ਦਾ ਮਤਲਬ ਪੰਖ ਆਏਗਾ ਫਿਰ ਸਾਨੂੰ ਪਤਾ ਲੱਗੇਗਾ ਸਿਰ ਪਰ ਪੈਰ, ਵੀ ਸਿਰ ਵੀ ਹੁੰਦੇ ਆ, ਪੰਖ ਵੀ ਹੁੰਦੇ ਆ, ਪੈਰ ਵੀ ਹੁੰਦੇ। ਇਸ ਨੂੰ ਕਹਿੰਦੇ ਬੁਝਾਰਤ ਦਾ ਢੰਗ। ਇੱਕ ਜਾਨਵਰ ਐਸਾ ਜਿਸ ਦੀ ਦੁਮ ਤੇ ਪੈਸਾ। ਅਸੀਂ ਜਾਨਵਰ ਦੀ ਗੱਲ ਕਰਦੇ, ਅਸੀਂ ਪੰਛੀ ਦੀ ਤਾਂ ਗੱਲ ਹੀ ਨਹੀਂ ਕੀਤੀ, ਪਰੰਤੂ ਜਾਨਵਰ ਦਾ ਮਤਲਬ ਹੈ ਪੰਛੀ। ਇੱਥੇ ਹੁਣ ਪੰਛੀ ਦੀ ਦੁਮ ਯਾਨੀ ਪੂਛ ਤੇ, ਇੱਥੇ ਦੁਮ ਪੂਛਲ ਨੂੰ ਕਹਿੰਦੇ। ਕੁੱਤੇ ਦੀ ਪੂਛ ਵੀ ਹੋ ਸਕਦੀ ਹੈ ਕਿਉਂਕਿ ਇੱਥੇ ਜਾਨਵਰ ਲਿਆ, ਕੁੱਤੇ ਦੀ ਪੂਛ ਤੇ ਪੈਸਾ ਨਹੀਂ ਹੈ। ਹੁਣ ਹੋਰ ਜਾਨਵਰ ਦੀ ਗੱਲ ਸੋਚਦੇ ਹਾਂ ਵੀ ਕਿਸ ਦੀ ਪੂਛਲ ਤੇ ਪੈਸਾ ਹੈ, ਕਿ ਘੋੜੇ ਦੀ ਪੂਛਲ ਤੇ, ਘੋੜਾ ਜਾਨਵਰ ਹੈ, ਉਸ ਦੀ ਦੁਮ ਤੇ ਪੈਸਾ ਨਹੀਂ। ਫਿਰ ਸਾਨੂੰ ਪਤਾ ਲੱਗਦਾ ਹੈ ਵੀ ਇਹ ਜੋ ਜਾਨਵਰ ਹੈ ਇਹ ਮੋਰ ਹੈ। ਜਿਹਦੇ ਮੋਰ ਪੰਖ ਹੁੰਦੇ ਆ ਉਸਦਾ ਆਕਾਰ ਇਸ ਤਰ੍ਹਾਂ ਦਾ ਹੁੰਦਾ ਹੈ ਵੀ ਉਸ ਵਿੱਚ ਇੱਕ ਪੈਸੇ ਵਰਗੀ ਸ਼ਕਲ ਬਣੀ ਹੁੰਦੀ ਹੈ ਔਰ ਉਸ 'ਤੇ ਇੱਦਾਂ ਵਾਲ ਜਿਹੇ ਨਿਕਲੇ ਹੁੰਦੇ ਆ, ਤੇ ਇਸ ਨੂੰ ਕਹਿੰਦੇ ਆ ਪੈਸੇ ਦੀ ਸ਼ੇਪ। ਇਸ ਤਰ੍ਹਾਂ ਵੀ ਇਸ ਤਰ੍ਹਾਂ ਦਾ ਜਾਨਵਰ ਮੋਰ ਹੈ ਜਿਸ ਦੀ ਦੁਮ ਤੇ ਯਾਨੀ ਉਸ ਦੇ ਪੂਛ ਤੇ ਹਰ ਹਿੱਸੇ ਤੇ ਪੈਸੇ ਵਰਗੇ, ਟਕੇ ਵਰਗੇ ਨਿਸ਼ਾਨ ਨੇ। ਸਾਨੂੰ ਪਤਾ ਲੱਗਦਾ ਹੈ ਵੀ ਉਹ ਮੋਰ ਦੇ ਬਾਰੇ ਅੜਾਉਣੀ ਜਾਂ ਪਜ਼ਲ ਪਾਈ ਗਈ ਹੈ। ਹੁਣ ਅਸੀਂ ਚੌਥੀ ਬੁਝਾਰਤ ਕਰਦੇ ਹਾਂ। ਚੋਰ ਦਾ ਦੁਸ਼ਮਨ ਬੰਦੇ ਦਾ ਯਾਰ। ਇੱਥੇ ਦਾ ਇਹਦਾ ਮਤਲਬ ਪੁਲਿੰਗ ਦੀ ਗੱਲ ਚੱਲ ਰਹੀ ਹੈ। ਇੱਥੇ ਹੁਣ ਜਿਹੜਾ ਇਸਤਰੀਲਿੰਗ, ਇੱਥੇ ਪੁਲਿੰਗ ਦੀ ਗੱਲ ਚੱਲ ਰਹੀ ਹੈ। ਚੋਰ ਦਾ ਦੁਸ਼ਮਣ ਹੈ, ਬੰਦੇ ਦਾ ਯਾਰ ਹੈ। ਵੀ ਇੱਦਾਂ ਦਾ ਕਿਹੜਾ ਜਾਨਵਰ ਹੈ ਜਿਹੜਾ ਕਿ ਚੋਰ ਦੇ ਪਿੱਛੇ ਭੱਜਦਾ ਹੈ ਔਰ ਬੰਦੇ ਦੀ ਦੋਸਤੀ ਹੈ। ਫਿਰ ਇੱਥੇ ਲਿਖਿਆ ਪੀਵੇ ਦੁੱਧ। ਜਦੋਂ ਦੁੱਧ ਦੀ ਗੱਲ ਆਉਂਦੀ ਸਾਨੂੰ ਪਤਾ ਲੱਗਦਾ ਬਿੱਲੀ।
नहीं। फिर ਅਸੀਂ ਹੋਰ ਅੱਗੇ ਚੱਲਦੇ ਹਾਂ, ਮਾਰੇ ਸ਼ਿਕਾਰ। ਇੱਥੇ ਇਹ ਵੀ ਜੁਗਤ ਹੈ ਵੀ ਜਿੱਦਾਂ जिस पल पल शब्दां दा जो गुंजल खुलती जाती है, शब्द अगे आई जाते, जो बुझण वाला बच्चा या वड्डा है ना, उसके दिमाग ते उस समय जिहड़े है ना अलग अलग चित्र, अलग अलग जिहड़े संभावना आई जाती है। यानी हर पल बुझारत विच, अड़ाउणी विच हर पल जो सोच है बदलती है, वो कित्थे जाके ठहरती है। उस तरह की चीज़ जी इन्होंने सारे शब्दों के पूरी ढुकवीं उतरती है, पूरी स्टेबल उतरती है, उस बुझारत का उत्तर उही निकलता है। इत्थे लिखा है चोर का दुश्मन पुलिंग है, बंदे का यार पुलिंग है, पीवे दुध, बिल्ली भी दुध पींदी है, पर क्योंकि इत्थे बिल्ली हुंदी है और इत्थे हुंदा की गल कीती है, मारे शिकार बिल्ली भी चूहे मारती है, परंतु इत्थे देखांगे भी दुध तो पींदी है या पींदा है और शिकार भी मारदा है और बंदे दे दोस्त है। ਹੁਣ ਦੁੱਧ ਪੀਣਾ ਘੋੜੇ ਦਾ ਕੰਮ ਨਹੀਂ ਹੈ, ਗਾਂ ਦਾ ਕੰਮ ਨਹੀਂ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕੁੱਤੇ ਦੀ, ਵੀ ਸਾਡੇ ਦਿਮਾਗ 'ਚ ਆਉਂਦਾ ਵੀ ਕੁੱਤਾ ਹੀ ਜਾਨਵਰ ਹੈ। ਹਾਂ, ਕੁੱਤਾ ਚੋਰ ਨੂੰ ਫੜ ਲੈਂਦਾ ਦੌੜ ਕੇ, ਸ਼ਿਕਾਰੀ ਕੁੱਤੇ ਤੇ ਬੰਦੇ ਦੇ ਦੋਸਤ ਹੁੰਦੇ ਆ, ਬੰਦੇ ਦੇ ਨਾਲ ਰਹਿੰਦੇ ਆ, ਉਸਦੇ ਅੰਗ ਸੰਗ ਰਹਿੰਦੇ ਆ, ਫਿਰ ਦੁੱਧ ਵੀ ਪੀਂਦੇ ਆ, ਸ਼ਿਕਾਰ ਵੀ ਮਾਰਦੇ। ਇਸ ਦਾ ਮਤਲਬ ਵੀ ਸਾਡੀ ਬੁਝਾਰਤ ਦਾ ਮੀਨਿੰਗ ਮਿਲ ਗਿਆ, ਉਸ ਦਾ ਉੱਤਰ ਸਾਨੂੰ ਲੱਝ ਗਿਆ, ਨਹੀਂ ਲੱਭ ਗਿਆ, ਉਹ ਸੀ ਕੁੱਤਾ। ਹੁਣ ਅਸੀਂ ਦੇਖਦੇ ਹਾਂ ਸਾਨੂੰ ਇੱਥੇ ਬਹੁਤ ਵੱਡੀ ਬੁਝਾਰਤ ਹੈ। ਵੱਡੀ ਬੁਝਾਰਤ ਇਸ ਦਾ ਬਹੁਤ ਸਾਰੇ ਸ਼ਬਦ ਚਿੱਤਰ ਇਸ ਵਿੱਚ ਬਣਾਏ ਗਏ ਨੇ। ਅਸੀਂ ਇੱਕ ਇੱਕ ਕਰਕੇ ਉਹਨਾਂ ਸ਼ਬਦ ਚਿੱਤਰਾਂ ਨੂੰ ਸੁਲਝਾਉਣ ਦੀ ਗੱਲ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿੱਥੇ ਤੱਕ ਗੱਲ ਪਹੁੰਚਦੀ ਹੈ। ਤਾਂ ਲਓ ਜੀ, ਹੁਣ ਪੰਜਵੀਂ ਸਾਡੀ ਬੁਝਾਰਤ ਹੈ ਆਰ ਢਾਂਗਾ ਪਾਰ ਢਾਂਗਾ। ਸਾਨੂੰ ਆਪਣੇ ਬਚਪਨ ਦੀ ਗੱਲ ਯਾਦ ਹੈ, ਜਦੋਂ ਪਤੰਗਾਂ ਦਾ ਮੌਸਮ ਹੁੰਦਾ ਸੀ ਨਾ, ਤੇ ਅਸੀਂ ਢਾਂਗੇ ਲੈ ਕੇ, ਢਾਂਗੇ ਦਾ ਮਤਲਬ ਹੈ ਵੀ ਜੋ ਦਰਖਤ ਹੁੰਦਾ ਨਾ, ਉਹਦੀਆਂ ਟਹਿਣੀਆਂ ਹੁੰਦੀਆਂ ਸੀ, ਬੜੇ ਇਸ ਤਰ੍ਹਾਂ ਦੀਆਂ ਬਣੀਆਂ ਹੁੰਦੀਆਂ ਸੀ। ਅਸੀਂ ਲੰਬੇ ਲੰਬੇ ਟਹਿਣੇ ਲੈ ਕੇ ਦੇਖਦੇ, ਪਿੰਡ ਦੇ ਬੰਦੇ ਵੀ, ਅਸੀਂ ਪਿੰਡ ਦੇ ਬੱਚੇ ਔਰ ਅਸੀਂ ਉਹ ਢਾਂਗੇ ਲੈ ਕੇ ਦੌੜਦੇ ਸੀ। ਔਰ ਜਿਹੜੇ ਪਤੰਗਾ ਸੀ, ਇੱਕ ਜਿਹਦਾ ਵੱਡਾ ਢਾਂਗਾ ਹੁੰਦਾ ਸੀ, ਉਸਦੇ ਅੜਿੱਕੇ ਵਿੱਚ ਪਤੰਗ ਆ ਜਾਂਦੇ ਸੀ, ਪਤੰਗਾਂ ਲੁੱਟਣ ਬੱਚੇ ਨਿਕਲਦੇ ਸੀ, ਅਸੀਂ ਇਸ ਨੂੰ ਢਾਂਗਾ ਕਹਿੰਦੇ ਸੀ। परंतु जो मैं बुक में पढ़िया, इत्थे ढांगे का मतलब है भी बहुत सारी लंबी जी है वो डांग हैगी है, उस उत्ते तिखे फल वाला एक औजार या लोहे का टुकड़ा लगा है, या फिर असी इस तरह का भी टुकड़ा कह सकते हैं, ए वाला घाह इकट्ठा करने वाला। परंतु बुक के हिसाब नाल ए वाला है। हुण असी ढांगे के आधार पर इसनूं सुलझाउण की कोशिश करते हैं भी आर ढांगा पार ढांगा विच टल्लम टल्लियां, फिर साडे दिमाग विच इस तरह का बिंब बनता है भी इस तरह का कोई व्हील टाइप है जिससे एक्सल विच आर पार कोई डांग निकली हुई है। इत्थे तक गल करते हैं। लिखा आर ढांगा भी एक डांग निकली है, आर पार हो गई है, विच टल्लम टल्लियां, टल्लम टल्लियां का मतलब उत्ते डब्बे लगे टल्लियां वर्गे, ठीक है। हुण पूरी बेल्ट लगी हुई है, यह सारी बेल्ट लगी है उस व्हील नूं, उस चक्के नूं, जिससे आर पार ढांगा या बड़ी वड्डी लोहे की लठ जिहड़ी है वो आर पार हुई पई है, विच टल्लम टल्लियां, इहदे विच टल्लियां जिहियां लटकीआं होईआं। आण कूंजां देण बच्चे, कूंजां की हुंदियां? कूंजां इदां दे पंछी हुंदे है जिहड़े कि साइबेरिया तो आंदे है, सर्दियां विच आंदे है इत्थे, क्योंकि मॉडरेट मौसम हुंदा, इस करके साइबेरिया के इलाके चों हिंदुस्तान वाल आंदे है, वो बड़ी दूरों दूरों आंदियां। आण कूंजां देण बच्चे नदी नहाउण चलियां। हुण जो कूंजां ने बड़ी दूरों आंदियां ने, पूरा चक्का चलदा है, और फिर जो कूंजां ने ना यह आंदियां और बच्चे दे के यानी पानी दे के नदी नहाउण चलियां, फिर दोबारा इस खूह के पानी विच डुबकी मारन जा रही ने। दोबारा देखिए, आर ढांगा पार ढांगा भी ढांगा जो है ना लोहे की जो रॉड है आर पार निकली है, विच टल्लम टल्लियां, विच डब्बे लटके ने। पहले इत्थे टल्लियां क्या, हुण इत्थे कूंजां कहता। हुण जो कूंजां ने वो बच्चे दे रही हैं, मतलब वो थल्ले जा रही हैं और पानी लैके आ रही हैं उत्ते। नदी नहाउण चलियां, नदी का मतलब है खूह का पानी, जिस च डुबकी मार रही ने सारियां। इन्हां डब्बिਆਂ ਨੂੰ टिंडा कहता है। खूह की जो हल्ट हुंदा है, जो रहट हुंदा है, हिंदी च कहते रहट, एक हल्ट का दृश्य है, यानी रहट का दृश्य है। उस रहट विच एक डब्बिਆਂ ਦੀ माला लगी है, इसनूं असीं पंजाबी टिंडा कह दिंदे आ। ਇਹ पहले मिट्टी ਦੀਆਂ ਬਣੀਆਂ ਹੁੰਦੀਆਂ ਸੀ, ਘੜਿਆਂ ਵਰਗੀਆਂ ਹੁੰਦੀਆਂ ਸੀ, ਹੁਣ ਲੋਹੇ ਦੇ ਡੱਬੇ ਲੱਗਦੇ ਆ। पंजाब ਵਿੱਚ खत्म हो चुका है, पर पाकिस्तानी पंजाब ਵਿੱਚ पाकिस्तान के जो किरसानी समाज है अजे भी परशियन व्हील यानी ये जो हल्टां का काम अजे भी चलता है। इस विच जो हल्टां विच जो डब्बे लगे ने, जो टिंडा लगियां ने, वो जाके थले नदी नहाउण चलियां जांदियां ने, डुबकी मारदियां ने। नदी का इशनान किया, पंज चरखड़ा खड़ा किया। पहले वो डब्बे पुट्ठे सी, जिद्दां ही थले डुबकी मारी ना, फिर वो चरखा सीधा हो गया। यानी वो जो माल चल रही है, जो डोरी चल रही है, जो वो बेल्ट चल रही है पूरे डब्बियां की भरी, टिंडां की भरी हुई, इत्थे आके फिर वो पुट्ठी हो जाती है। नदी का इशनान किया, डब्बा थले पानी डुबदा है, पन चरखड़ा खड़ा किया, यह जो पुट्ठा डब्बा सी सीधा खड़ा हो गया, फिर पानी विच भर गया। हुण उत्ते नूं आ रहा है, गोहड़ियां नूं अग लाई, पूड़ियां दा धड़ा किया। गोहड़े और पूड़ियां दे शब्द इस विच
ਫਸਾਉਣ ਲਈ, ਕਨਫਿਊਜ਼ ਕਰਨ ਲਈ ਲਾਏ ਗਏ ਨੇ। ਜਿਹੜੇ ਗੋਲੇ ਨੇ ਰੂੰ ਦੇ ਜਿਹੜੇ ਛੋਟੇ ਛੋਟੇ ਟੁਕੜੇ ਨੇ ਜਿਨ੍ਹਾਂ 'ਚੋਂ ਸੂਤਰ ਬਣਾਉਂਦੇ ਨੇ, ਔਰ ਪੂਣੀਆਂ ਦਾ ਮਤਲਬ ਹੈ ਜਦੋਂ ਸੂਤਰ ਬਣ ਕੇ ਛੋਟੇ ਛੋਟੇ ਬੰਡਲ ਬਣ ਜਾਂਦੇ ਆ, ਉਹਨਾਂ ਨੂੰ ਅੱਗ ਲਾਤੀ। ਲਾਲ ਚੂੜੇ ਵਾਲੀਏ ਤੇਰਾ ਲਾਲ ਚੂੜਾ ਹਿੱਲਿਆ। ਇੱਥੇ ਫਿਰ ਇੱਕ ਲਾਲ ਰੰਗ ਦਾ ਇੱਕ ਕੁੱਤਾ ਲੱਗਾ, ਕੁੱਤਾ ਇਹਨੇ ਲੱਕੜੀ ਦਾ ਟੁਕੜਾ ਲੱਗਾ। ਜਿੱਦਾਂ ਇਹ ਕੁੱਤਾ ਅੱਗੇ ਆਉਂਦਾ ਹੈ ਨਾ, ਉਹ ਜਿਹੜਾ ਡੱਬਾ ਉਸ ਨੂੰ ਟਕਰਾਉਂਦਾ ਹੈ, ਟੱਕ ਦੀ ਆਵਾਜ਼ ਆਉਂਦੀ ਹੈ। ਇੱਥੇ ਥੱਲੇ ਪਾੜਛਾ ਲੱਗਾ ਹੁੰਦਾ ਹੈ, ਪਾੜਛੇ ਦੇ ਅੰਦਰ ਜਿਹੜਾ ਪਾਣੀ ਡਿੱਗ ਜਾਂਦਾ ਹੈ, ਫਿਰ ਉਹ ਇਸ ਤਰ੍ਹਾਂ ਨਾਲ ਤੋਂ ਬਾਹਰ ਹੋ ਕੇ ਖੇਤਾਂ ਨੂੰ ਚਲਾ ਜਾਂਦਾ ਹੈ। ਦੁਬਾਰਾ ਅਸੀਂ ਦੇਖਦੇ ਹਾਂ, ਗੋੜਿਆਂ ਨੂੰ ਅੱਗ ਲਾਈ, ਪੂਣੀਆਂ ਦਾ ਧੜਾ ਕੀਤਾ, ਲਾਲ ਚੂੜੇ ਵਾਲੀਏ ਤੇਰਾ ਲਾਲ ਚੂੜਾ ਹਿੱਲਿਆ। ਇੱਥੇ ਜਦੋਂ ਆਉਂਦਾ ਨਾ ਡੱਬਾ, ਇੱਥੇ ਟੱਕ ਕਰਕੇ ਵੱਜਦਾ ਕੁੱਤੇ ਨੂੰ, ਉਹ ਡੱਬਾ ਪੁੱਠਾ ਹੋ ਜਾਂਦਾ ਹੈ, ਸਾਰਾ ਪਾਣੀ ਵੱਡੇ ਸਾਰੇ ਭਾਂਡੇ ਵਿੱਚ ਪੈ ਜਾਂਦਾ, ਇਸ ਨੂੰ ਪਾੜਛਾ ਕਿਹਾ ਜਾਂਦਾ ਹੈ। ਔਰ ਫਿਰ ਦਰਿਆਓਂ ਪਾਣੀ ਢਿੱਲਿਆ। ਫਿਰ ਇਸ ਦਰਿਆ ਤੋਂ, ਇਸ ਪਾੜਛੇ ਤੋਂ ਜੋ ਪਾਣੀ ਹੈ ਉਹ ਢਿੱਲ ਕੇ ਬਹਿ ਕੇ, ਢਿੱਲਿਆ ਦਾ ਮਤਲਬ ਢਲਾ ਦਾ ਮਤਲਬ ਬਹਿ ਗਿਆ, ਉਹ ਪਾਣੀ ਬਹਿ ਕੇ ਢਿਲਕ ਕੇ ਫਿਰ ਖੇਤਾਂ ਨੂੰ ਚਲਾ ਜਾਂਦਾ। ਹੁਣ ਅਸੀਂ ਦੇਖਿਆ ਇਸ ਵੱਡੀ ਬੁਝਾਰੇ ਦੇ ਅੰਦਰ ਜੋ ਪੇਂਡੂ ਕਿਰਸਾਨੀ ਸਮਾਜ ਦਾ ਜੋ ਇੱਕ ਬਿੰਬ ਹੈ, ਇੱਕ ਜੋ ਟੂਲ ਹੈ, ਇੱਕ ਜੋ ਯੰਤਰ ਹੈ ਜਿਸ ਨੂੰ ਪਰਸ਼ੀਅਨ ਵੀਲ ਜਾਂ ਹਲਟ ਕਿਹਾ ਜਾਂਦਾ ਹੈ, ਹਿੰਦੀ 'ਚ ਰਹਿਟ ਕਹਿੰਦੇ ਆ, ਉਸ ਦਾ ਪੂਰਾ ਚਿੱਤਰ ਹੈ। ਪਰੰਤੂ ਕਿਤੇ ਵੀ ਇੱਥੇ ਹਲਟ ਨਹੀਂ ਦਿੱਤਾ, ਕਿਤੇ ਮਾਲ ਨਹੀਂ ਦਿੱਤੀ, ਕਿਤੇ ਟਿੰਡਾਂ ਨਹੀਂ ਦਿੱਤੀਆਂ, ਕਿਤੇ ਪਾੜਛਾ ਨਹੀਂ ਦਿੱਤਾ, ਕਿਤੇ ਕੁੱਤਾ ਸ਼ਬਦ ਨਹੀਂ ਵਰਤਿਆ, ਪਰ ਇਹਨਾਂ ਦੇ ਲਈ ਉਸ ਦੇ ਸਿਮਿਲਰ ਕੁਝ ਹੋਰ ਸ਼ਬਦ ਦਿੱਤੇ ਨੇ ਤਾਂ ਜੋ ਕਨਫਿਊਜ਼ ਕਰਕੇ, ਪਜ਼ਲ ਕਰਕੇ ਉਹਨਾਂ ਵਿੱਚੋਂ ਅਰਥ ਕੱਢੇ ਜਾਣ, ਤਾਂ ਜੋ ਬ੍ਰੇਨ ਹੈ ਉਸ ਦੀ ਕਸਰਤ ਹੋ ਜਾਵੇ। ਇਸ ਤਰ੍ਹਾਂ ਅਸੀਂ ਦੇਖਿਆ ਇਸ ਪੰਜਵੀਂ ਬੁਝਾਰਤ ਚੋਂ ਕਿਸ ਤਰ੍ਹਾਂ ਨਵਾਂ ਅਰਥ ਨਿਕਲਦਾ ਹੈ। ਹੁਣ ਅਸੀਂ ਕਰਦੇ ਹਾਂ ਇਸ ਬੁਝਾਰਤਾਂ ਦੀ ਕੁਝ ਔਖੀਆਂ ਬੁਝਾਰਤਾਂ ਵਿੱਚੋਂ ਇੱਕ। 14 ਕੂੰਟਾਂ 14 ਚੁਬਾਰੇ, ਉੱਤੇ ਖੇਡਣ ਦੋ ਵਣਜਾਰੇ, ਮੌਤ ਕੋਲੋਂ ਮਰਦੇ ਨਹੀਂ ਹੋ, ਕਿਸੇ ਕੋਲੋਂ ਡਰਦੇ ਨਹੀਂ ਹੋ। ਜਦੋਂ ਅਸੀਂ ਇੱਦਾਂ ਦੀ ਗੱਲ ਕਰਦੇ ਹਾਂ ਤੇ ਉੱਥੇ ਬੁੱਕ 'ਚ ਤੁਹਾਡੇ ਕਿਤਾਬ 'ਚ ਲਿਖਿਆ ਹੈ ਲਾਜ਼ਮੀ ਪੰਜਾਬੀ 'ਚ, ਉਹ ਨੇ ਸੂਰਜ ਔਰ ਚੰਦਰਮਾ। ਪਰੰਤੂ ਇੱਥੇ 14 ਕੁੰਟ ਕਿਹੜੇ ਨੇ ਔਰ 14 ਚੁਬਾਰੇ ਕਿਹੜੇ ਨੇ, ਇਸ ਨੂੰ ਅਸੀਂ ਡਿਟੇਲ 'ਚ ਕਰਦੇ ਹਾਂ। ਦੇਖੋ ਬੱਚਿਓ, ਇੱਥੇ ਕੂੰਟ ਦਾ ਮਤਲਬ ਹੈ ਦਿਸ਼ਾ, ਤੁਹਾਡੀ ਕਿਤਾਬ 'ਚ ਲਿਖਿਆ ਹੈ, ਪਰੰਤੂ ਇੱਥੇ ਦਿਸ਼ਾ ਸ਼ਬਦ ਨਹੀਂ ਹੈ। ਜਦੋਂ ਅਸੀਂ ਚੰਦਰਮਾ ਦੀਆਂ 14 ਕਲਾਵਾਂ ਚੜ੍ਹਦੀਆਂ, 14 ਕਲਾਵਾਂ ਢੈਂਡੀਆਂ ਦਾ ਜ਼ਿਕਰ ਕਰਦੇ ਹਾਂ, ਇੱਥੇ ਅਸੀਂ ਸੂਰਜ ਦੀ ਗੱਲ ਨਹੀਂ ਕਰਦੇ, ਇੱਥੇ ਕਨਫਿਊਜ਼ ਕਰਨ ਲਈ ਸੂਰਜ ਵਰਤਿਆ ਗਿਆ। ਇੱਥੇ ਲਿਖਿਆ 14 ਕੂੰਟਾਂ 14 ਚੁਬਾਰੇ। ਹੁਣ ਜਦੋਂ ਅਸੀਂ ਡਾਇਗਰਾਮ ਲੈਂਦੇ ਹਾਂ ਨਾ ਵੈਕਸਿੰਗ ਔਰ ਵੇਨਿੰਗ ਦਾ, ਜਦੋਂ ਇੱਥੇ ਪੂਰਾ ਚੰਦਰਮਾ, ਇੱਥੇ ਨਿਊ ਮੁੰਡੇ ਮੱਸਿਆ ਆ ਗਈ। ਹੁਣ ਹੁੰਦਾ ਕੀ ਹੈ, ਸੋ ਬੱਚੇ ਇੱਥੇ ਮੈਂ ਤੁਹਾਨੂੰ ਇੱਕ ਡਾਇਗਰਾਮ ਬਣਾ ਕੇ ਦੱਸ ਰਿਹਾ। ਇਹ ਇੱਕ ਫੁੱਲ ਮੁੰਡੇ ਦੀ ਤਸਵੀਰ ਹੈ, ਇਹ ਨਿਊ ਮੁੰਡੇ ਹੈ, ਨਹੀਂ ਇਹ ਪੂਰਨਮਾਸ਼ੀ ਹੈ, ਇਹ ਮੱਸਿਆ ਹੈ। ਹੁਣ ਇੱਕ ਹੁੰਦਾ ਚੜ੍ਹਦੀ ਕਲਾ, ਇਸ ਦਾ ਮਤਲਬ ਹੈ ਜਦੋਂ ਨਿਊ ਮੁੰਡੇ ਤੋਂ ਜੋ ਚੰਦਰਮਾ ਹੈ ਉਹ ਵੱਡਾ ਹੁੰਦਾ ਜਦੋਂ ਪੂਰੇ ਜੋਬਨ ਤੇ ਆ ਜਾਂਦਾ ਹੈ, ਇਹ 14 ਕਲਾਵਾਂ ਹੁੰਦੀਆਂ। 14 ਕਲਾਵਾਂ ਵਿੱਚ ਜੋ ਨਿਊ ਮੁੰਡੇ ਹੈ ਉਹ ਪਤਲੀ ਲਾਈਨ ਤੋਂ ਲੈ ਕੇ ਵੱਡਾ ਹੁੰਦਾ ਫਿਰ ਉਹ ਫੁੱਲ ਮੁੰਡੇ ਤੇ ਆ ਗਿਆ, ਇਹਨੂੰ ਚੜ੍ਹਦੀ ਕਲਾ ਕਹਿੰਦੇ ਆ, ਇਹਨੂੰ ਅਸੀਂ ਕਹਿੰਦੇ ਵੈਕਸਿੰਗ। ਵੈਕਸਿੰਗ ਦਾ ਮਤਲਬ ਹੈ ਵੀ ਉਸ ਛੋਟੇ ਚੰਦਰਮਾ ਤੋਂ ਪੂਰੇ ਰੂਪ ਵਿੱਚ ਆ ਗਿਆ, ਉਸ ਤੋਂ ਬਾਅਦ ਪੂਰੇ ਰੂਪ 'ਚੋਂ ਫਿਰ ਢਹਿੰਦੀ ਕਲਾ ਵੱਲ ਜਾਂਦਾ ਹੈ, ਛੋਟਾ ਹੁੰਦਾ ਫਿਰ ਗਾਇਬ ਹੋ ਜਾਂਦਾ, ਇੱਥੇ ਮੱਸਿਆ ਆ ਜਾਂਦੀ ਹੈ, ਗਾਇਬ ਹੋ ਜਾਂਦਾ, ਹਨੇਰੀ ਰਾਤ ਹੋ ਜਾਂਦੀ ਹੈ, ਇਸ ਨੂੰ ਅਸੀਂ ਵੈਨਿੰਗ ਕਹਿੰਦੇ ਆ। ਹੁਣ ਇਸ ਵੈਕਸਿੰਗ ਔਰ ਵੈਨਿੰਗ ਨੂੰ ਇਸ ਮੁਹਾਵਰੇ ਵਿੱਚ ਜਾਂ ਇਸ ਬੁਝਾਰਤ ਵਿੱਚ ਵਰਤਿਆ ਗਿਆ। 14 ਕੁੰਟ, ਇੱਥੇ ਕੁੰਟਾਂ ਦਾ ਮਤਲਬ ਹੈ ਦਿਸ਼ਾਵਾਂ ਨਹੀਂ ਹੈ, ਇੱਥੇ ਕੁੰਟਾਂ ਦਾ ਮਤਲਬ ਹੈ ਗਹਿਰਾਈਆਂ। ਇੱਥੇ ਇਹ ਜੋ ਚੰਦਰਮਾ ਹੈ 14 ਕੂੰਟ, ਇੱਥੇ ਕੁੰਟਾਂ ਦਾ ਮਤਲਬ ਦਿਸ਼ਾ ਨਹੀਂ, ਇੱਥੇ ਕੁੰਟਾਂ ਦਾ ਮਤਲਬ ਹੈ ਉਹ ਜੋ ਗਹਿਰਾਈ ਹੈ, ਜੋ ਸਰੋਵਰ ਹੈ, ਜੋ ਚੰਦਰਮਾ ਹੈ ਉਹ ਡੁਬਕੀ ਲਾਂਦਾ ਇੱਥੇ ਚੰਦਰਮਾ ਡੁਬਕੀ ਲਾਂਦਾ ਥੱਲੇ ਜਾਂਦਾ ਹੈ, ਇੱਥੇ ਗਾਇਬ ਹੋ ਜਾਂਦਾ ਹੈ। ਇਹ 14 ਦਿਨ ਨੇ। 14 ਕੁੰਟ ਦਾ ਮਤਲਬ ਹੈ ਇਹ ਸਰੋਵਰ ਡੁਬਕੀ ਲਾ ਕੇ ਥੱਲੇ ਨੂੰ ਚਲਾ ਗਿਆ, ਛੋਟਾ ਹੋ ਗਿਆ। 14 ਚੁਬਾਰੇ, ਫਿਰ ਉਹ ਚੁਬਾਰੇ ਚੜ੍ਹਨਾ ਸ਼ੁਰੂ ਹੁੰਦਾ, ਵੱਡਾ ਹੋਣਾ ਸ਼ੁਰੂ ਹੁੰਦਾ, ਇਹਦਾ ਮਤਲਬ ਹੈ ਫਿਰ ਉਹ ਪੂਰਨਮਾਸ਼ੀ ਤੱਕ ਆ ਜਾਂਦਾ ਹੈ। 14 ਕੁੰਟ ਯਾਨੀ ਪਹਿਲੇ ਥੱਲੇ ਨੂੰ ਘਟਦਾ 14 ਚੁਬਾਰੇ ਦਾ ਮਤਲਬ ਵੱਧਦਾ ਪੂਰੇ ਜੋਬਨ ਤੇ ਆ ਜਾਂਦਾ, ਫੁੱਲ ਮੁੰਡੇ ਹੋ ਜਾਂਦਾ ਹੈ। 14 ਕੁੰਟਾਂ 14 ਚੁਬਾਰੇ, ਉੱਤੇ ਖੇਡਣ ਦੋ ਵਣਜਾਰੇ। ਹੁਣ ਇੱਥੇ ਅਸੀਂ ਗੱਲ ਕਰਦੇ ਹਾਂ ਸੂਰਜ ਤੇ ਚੰਦਰਮਾ ਦੀ, ਪਰੰਤੂ ਇੱਥੇ ਗੱਲ ਜਿਹੜੀ ਕੀਤੀ ਹੈ ਉਹ ਚੰਦਰਮਾ ਦੀ ਹੀ ਕੀਤੀ ਹੈ, ਪਰ ਦੋ ਜੋ ਵਣਜਾਰੇ ਨੇ ਸੂਰਜ ਤੇ ਚੰਦਰਮਾ ਨੇ। ਹੁਣ ਜਦੋਂ ਦੀ ਧਰਤੀ ਬਣੀ ਹੈ, ਜਦੋਂ ਦਾ ਬ੍ਰਹਮੰਡ ਬਣਿਆ, ਜਦੋਂ ਦਾ ਪੂਰਾ ਗਲੈਕਸਿਸ ਬਣੀ ਹੈ, ਸਾਡਾ ਜੋ ਸੌਰ ਮੰਡਲ ਹੈ, ਜੋ ਸੋਲਰ ਸਿਸਟਮ ਹੈ, ਉਸ ਵਿੱਚ ਸੂਰਜ ਉਸੇ ਸਮੇਂ ਚੜ੍ਹਦਾ ਹੈ, ਦੁਪਹਿਰ ਨੂੰ ਸਿਰ ਤੇ ਹੋ ਜਾਂਦਾ ਹੈ, ਢਲ ਜਾਂਦਾ ਹੈ। ਅਸੀਂ ਕਰੋੜਾਂ ਸਾਲਾਂ ਤੋਂ ਇਸ ਦੇ ਬਾਰੇ ਜਾਣਦੇ ਹਾਂ। ਸਾਡੇ ਪੂਰਵਜਾਂ ਨੇ ਦੇਖਿਆ, ਸਾਡੇ ਪੜਦਾਦੇ ਨੇ ਦੇਖਿਆ, ਸਾਡੇ ਦਾਦੇ ਨੇ ਦੇਖਿਆ, ਸਾਡੇ ਪਿਤਾ ਨੇ ਦੇਖਿਆ, ਅਸੀਂ ਦੇਖਿਆ, ਅੱਗੋਂ ਸਾਡੇ ਬੱਚੇ ਦੇਖਣਗੇ। ਇਸ ਦਾ ਮਤਲਬ ਹੈ ਮੌਤ ਕੋਲੋਂ ਮਰਦੇ ਨਹੀਂ ਹੋ, ਮਾਰੇ ਨਹੀਂ ਮਰਦੇ, ਕਿਉਂਕਿ ਹਮੇਸ਼ਾ ਲਈ ਅਜਰ ਅਮਰ ਨੇ।
ਕਿਸੇ ਕੋਲੋਂ ਡਰਦੇ ਨਹੀਂ ਹੋ। ना सूरज चंद्रमा किसी को डरते ने, ना वो मौत को मरते ने। परंतु यह जो तरीका है ना भी वो पहले कुंट विच जाता है, सरोवर भी जाता है, 14 दिन लाता है, फिर वो चढ़ती कला भी जाता है, पूरा हो जाता है, फिर वो आकाश भी आ जाता है। इसका मतलब है चौबारे से चढ़ आता है। इस तरह से देखा भी इस पद्धति नाल, इस प्रोसैस दे नाल किस तरह इत्थे किते भी सूरज चंद्रमा की गल नहीं की। इत्थे 2 वणजारिਆਂ की गल की है, 14 कुंटां की, यानी उस दिशावां दी नहीं, 14 दिशावां नहीं होंदियां। जो दिशावां होंदियां मुख दिशावां जिहड़ियां ने वो 4 होंदियां, उत्तर दक्षिण पूरब पश्चिम, फिर 4 उन्हां दे विचकारलीआं होंदियां ने, फिर आकाश और धरती। इस तरह 10 दिशावां दा जिक्र साडे शास्त्रां विच आंदा है। इत्थे 14 कुंटां दा मतलब 14 दिशा नहीं है, इत्थे 14 डुबकियां ने, 14 रूपां विच जो चंद्रमा दी कलावां ने वो ढैंदियां जांदियां ने। उस तो बाद जिहड़ियां 14 कलावां ने वो चौबारे ते चढ़ जांदियां, पूरीआं हो जांदियां। इस तरह पूरा प्रोसैस, इस वड्डे प्रोसैस नूं छोटे जे बुझारत विच परो के पुछया गया तां जो बच्चे इस नूं दस सकन। लो जी, ऐसी साडा पहला पार्ट जिस विच असीं पूरी डिटेल दे नाल 6 अपनियां बुझारतां कीतियां। अगली वीडियो विच असीं फिर मिलांगे जिस विच होर बुझारतां नूं लैके, होर रुचिकर गल्लां नूं लैके असीं तुहाडे नाल अपने विचार साझे करांगे। इजाजत दिओ। वाहिगुरू जी का खालसा, वाहिगुरू जी की फतेह। नवीं वीडियो समय सिर प्राप्त करने ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।